हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੰਜਾਬੀ ਸਾਹਿਤ ਦੀ ਜਮਾਤ ਦੇ ਵਿੱਚ ਜਿਹਦੇ ਆਪਾਂ ਵਿੱਚ ਗੱਲ ਕਰ ਰਹੇ ਸੀਗੇ। ਸਾਡੀ 12ਵੀਂ ਜੀ ਜਮਾਤ ਹੈ ਜਿਹੜੀ ਉਹਦੇ ਨਾਲ ਰਿਲੇਟਡ ਜਿਹੜੀ ਪੁਸਤਕ ਲੱਗਦੀ ਹੈ ਸਾਡੀ ਸਕੂਲਾਂ ਦੇ ਵਿੱਚ ਉਹਦੇ ਨਾਲ ਸੰਬੰਧਿਤ ਗੱਲ ਕਰ ਰਹੇ ਸੀਗੇ। ਹਾਂਜੀ, ਉਹਦੇ ਵਿੱਚੋਂ ਆਪਾਂ ਦੇਖ ਰਹੇ ਸੀਗੇ ਸਭ ਤੋਂ ਪਹਿਲਾਂ ਆਪਾਂ ਕੀ ਕੁਛ ਦੇਖਿਆ ਸੀਗਾ। ਪਹਿਲਾਂ ਥੋੜ੍ਹਾ ਜਿਹਾ ਪਿੱਛੇ ਇਸ ਚੀਜ਼ ਨੂੰ ਆਪਾਂ ਰੀਮਾਈਂਡ ਕਰ ਲਈਏ। ਹਾਂਜੀ हाँ पंजाबी ਸਾਹਿਤ ਦਾ ਇਤਿਹਾਸ ਆਪਾਂ ਪੜ੍ਹ ਰਹੇ ਸੀ। ਸੰਖੇਪ ਇਤਿਹਾਸ ਸਭ ਤੋਂ ਪਹਿਲਾਂ ਆਪਾਂ ਨਵ ਰਹੱਸਵਾਦੀ ਪ੍ਰਵਰਤੀ ਪੜ੍ਹੀ ਸੀਗੀ ਅਤੇ ਫਿਰ ਆਪਾਂ ਸਟੇਜੀ ਕਵਿਤਾ ਦੇ ਬਾਰੇ ਗੱਲ ਕੀਤੀ ਸੀ। ਹਾਂ, ਹੁਣ ਆਪਾਂ ਗੱਲ ਕਰਦੇ ਹਾਂ ਰੋਮਾਂਸਵਾਦੀ ਪ੍ਰਵਰਤੀ। ਹਾਂ, ਰੋਮਾਂਸਵਾਦੀ ਕਾਵਿ ਪ੍ਰਵਰਤੀ। ਰੋਮਾਂਸਵਾਦੀ ਕਾਵਿ ਪ੍ਰਵਰਤੀ ਦਾ ਮਤਲਬ ਦੇਖੋ, ਰੋਮਾਂਸ ਦਾ ਮਤਲਬ ਆਪਾਂ ਸਿੱਧੇ ਸ਼ਬਦਾਂ 'ਚ ਲਾਉਂਦੇ ਹਾਂ ਵੀ ਰੋਮਾਂਸ ਦਾ ਮਤਲਬ ਹੋਣਾ ਜੀ ਇਸ਼ਕ, ਮੁਹੱਬਤ, ਰੋਮਾਂਸ ਕਰਨਾ ਹੈ ਨਾ, ਪ੍ਰੇਮ ਦੀਆਂ ਇਸ਼ਕ ਦੀਆਂ ਗੱਲਾਂ ਕਰਨੀਆਂ। ਪਰ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਰੋਮਾਂਸਵਾਦੀ ਕਾਵਿ ਪ੍ਰਵਰਤੀ ਉਹਨੂੰ ਕਿਹਾ ਜਾਂਦਾ ਜਦੋਂ ਬੰਦਾ ਕਹਿਣ ਦਾ ਮਤਲਬ ਕੀ ਹੈ ਵੀ ਜਦੋਂ ਕੋਈ ਮਨੁੱਖ ਖੁੱਲ੍ਹ ਭਾਲਦਾ ਹੈ। ਖੁੱਲ੍ਹ ਕਿਵੇਂ ਦੀ ਵੀ ਜਿਵੇਂ ਮੰਨ ਲਓ ਪ੍ਰੋਫੈਸਰ ਪੂਰਨ ਸਿੰਘ ਦੀ ਜੇ ਆਪਾਂ ਗੱਲ ਕਰੀਏ, ਪ੍ਰੋਫੈਸਰ ਪੂਰਨ ਸਿੰਘ ਦੀਆਂ ਤਾਂ ਕਾਵਿ ਰਚਨਾਵਾਂ ਜਿਹੜੇ ਉਹਨਾਂ ਦੇ ਨਾਮ ਵੀ ਖੁੱਲ੍ਹੇ ਕੁੰਡ, ਖੁੱਲ੍ਹੇ ਮੈਦਾਨ, ਖੁੱਲ੍ਹੇ ਰੰਗ ਅਸਮਾਨੀ। ਹੁਣ ਇਹ ਖੁੱਲ੍ਹਾ ਸ਼ਬਦ ਉਹਨੇ ਵਰਤਿਆ ਹੈ ਨਾ, ਤਾਂ ਇਹਦਾ ਮਤਲਬ ਕੀ ਹੈ, ਉਹ ਰੋਮਾਂਸਵਾਦੀ ਕਵੀ। ਕਿਸੇ ਵੀ ਤਰ੍ਹਾਂ ਦੇ ਬੰਧਨ ਦਾ ਤਿਆਗ ਕਰਨਾ ਇਹ ਰੋਮਾਂਸਵਾਦੀ ਕਵੀਆਂ ਦਾ ਝੁਕਾ ਰਿਹਾ ਹੈ। ਵੀ ਹੁਣ ਜਿਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਕਾਨੂੰਨ ਬਣਿਆ। ਹੁਣ ਕੀ ਆ, ਪ੍ਰੋਫੈਸਰ ਪੂਰਨ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ, ਸ਼ਾਇਦ ਹੋ ਸਕਦਾ ਮੈਂ ਗਲਤੀ ਨਾਲ ਪ੍ਰੋਫੈਸਰ ਮੋਹਨ ਸਿੰਘ ਕਹਿਤਾ ਹੋਵੇ। ਪ੍ਰੋਫੈਸਰ ਪੂਰਨ ਸਿੰਘ ਉਹ ਹੈ ਜਿਹੜਾ ਉਹ ਪਹਿਲਾ ਰੋਮਾਂਸਵਾਦੀ ਕਵੀ ਹੈ ਪੰਜਾਬੀ ਦਾ, ਜਿਹਦੀਆਂ ਰਚਨਾਵਾਂ ਮੈਂ ਹੁਣੇ ਬੋਲੀਆਂ, ਖੁੱਲ੍ਹੇ ਕੁੰਡ, ਖੁੱਲ੍ਹੇ ਮੈਦਾਨ ਅਤੇ ਖੁੱਲ੍ਹੇ ਰੰਗ ਅਸਮਾਨੀ। ਇਹ ਰਚਨਾਵਾਂ ਜਿਹੜੀਆਂ ਇਹਨਾਂ ਦੇ ਵਿੱਚ ਖੁੱਲ੍ਹਾ ਸ਼ਬਦ ਵਰਤਿਆ ਹੋਇਆ, ਖੁੱਲ੍ਹੇ ਖੁੱਲ੍ਹੇ ਅੱਗੇ ਲਿਖਿਆ ਹੋਇਆ ਸ਼ਬਦ ਹੈ ਨਾ। ਇਹ ਹੈ ਜੀ, ਇਹ ਸਾਡਾ ਰੋਮਾਂਸਵਾਦੀ ਕਵੀ ਹੈ। ਜੋ ਕੀ ਹੈ, ਤੁਸੀਂ ਇੱਕ ਵਿੱਚ ਸੁਣੀ ਸਤਰਾਂ ਵੀ ਜਿਵੇਂ ਉਹ ਕਹਿੰਦਾ ਹੈ ਕਿ ਮੇਰਾ ਦਿਲ ਕਰਦਾ ਵੀ ਮੈਂ ਦੁਬਾਰੇ ਪਸ਼ੂ ਬਣ ਜਾ, ਮੇਰਾ ਦਿਲ ਕਰਦਾ ਮੁੜ ਪਸ਼ੂ ਥੀਣ ਨੂੰ। ਮੈਨੂੰ ਲੱਗਦਾ ਐਵੇਂ ਆਪਾਂ ਪੜ੍ਹਾਂਗੇ ਉਹ ਵੀ ਕਵਿਤਾ ਵੀ ਉਹ ਵਾਰੀ ਵਾਰੀ ਮਤਲਬ ਕਿ ਇਹਨੂੰ ਕਿਹਾ ਜਾਂਦਾ ਖੁੱਲ੍ਹ ਲੈਣੀ, ਪ੍ਰਕਿਰਤੀ ਦੇ ਨਜ਼ਾਰਿਆਂ ਦਾ ਆਨੰਦ ਲੈਣਾ, ਆਪਣੇ ਆਪ ਨੂੰ ਮਤਲਬ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਨਿਯਮ ਦੇ ਬੰਧਨਾਂ ਤੋਂ ਛੁਟਕਾਰਾ ਪਾਉਣਾ, ਉਹਨੂੰ ਕਿਹਾ ਜਾਂਦਾ ਇਹ। ਕਿਉਂਕਿ ਮਤਲਬ ਸਮਾਜਿਕ ਬੰਧਨਾਂ ਦੇ ਨਿਯਮ ਤਾਂ ਪ੍ਰੋਫੈਸਰ ਪੂਰਨ ਸਿੰਘ ਨੇ ਇੰਨੇ ਤਿਆਗੇ ਵੀ ਉਸ ਨੇ ਛੰਦਾਬੰਦੀ ਵਿੱਚ ਲਿਖਣੀ ਰਚਨਾ ਵੀ ਤਿਆਗ ਦਿੱਤੀ। ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਛੰਦਾਬੰਦੀ ਨੂੰ ਤਿਆਗਣ ਵਾਲਾ ਜੇ ਕੋਈ ਹੈ, ਛੰਦਾਬੰਦੀ ਦੇ ਨਿਯਮਾਂ ਨੂੰ, ਤਾਂ ਉਹ ਕੌਣ ਹੈ? ਪ੍ਰੋਫੈਸਰ ਪੂਰਨ ਸਿੰਘ ਹੈ। ਕਿਉਂਕਿ ਛੰਦ ਹੈ ਜਿਹੜਾ ਉਹ ਕਵਿਤਾ ਦਾ ਜ਼ਰੂਰੀ ਤੱਤ ਨਹੀਂ ਹੈ। ਕਿਸੇ ਕਾਵਿ ਦਾ ਜ਼ਰੂਰੀ ਤੱਤ ਨਹੀਂ ਗਾ ਵੀ ਛੰਦ ਹੋਣਾ ਹੀ ਚਾਹੀਦਾ, ਨਾ ਜੀ, ਬਿਨਾਂ ਛੰਦ ਤੋਂ ਵੀ ਲਿਖੀ ਜਾਂਦੀ ਹੈ। ਉਸ ਤੋਂ ਬਾਅਦ ਬਹੁਤ ਸਾਰੇ ਕਵੀਆਂ ਨੇ ਅੱਜ ਬਹੁਤ ਸਾਰੀਆਂ ਕਵਿਤਾਵਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੇ ਵਿੱਚ ਕੋਈ ਛੰਦ ਨਹੀਂ ਟੁੱਕਦਾ। ਹਾਂ, ਉਹਦਾ ਨਾਮ ਜ਼ਰੂਰ ਦੇਤਾ ਵੀ ਸਾਡੇ ਜਿਹੜੇ ਛੰਦਾਬੰਦੀ ਵਾਲੇ ਜਿਹੜੇ ਸੀਗੇ ਉਹਨਾਂ ਨੇ ਉਹਨੂੰ ਨਾਮ ਦੇਤਾ ਸੈਲਾਨੀ ਛੰਦ। ਆਪਦਾ ਮਤਲਬ ਦਿਲ ਦਾ ਭਾਰ ਹੌਲਾ ਕਰਨ ਵਾਸਤੇ ਉਹਦਾ ਨਾਮ ਲਿਖਤਾ ਵੀ ਇਹਦਾ ਵੀ ਨਾਮ ਲਿਖ ਦਿਓ, ਇਹ ਸੈਲਾਨੀ ਛੰਦ ਹੈ ਜੀ। ਛੰਦਾਂ ਤੋਂ ਬਿਨਾਂ ਤਾਂ ਕਵਿਤਾ ਲਿਖੀ ਨਹੀਂ ਜਾਂਦੀ। ਪਰ ਉਹ ਕਿਸੇ ਛੰਦ ਦਾ ਰੂਲ ਨਹੀਂ ਸੀਗਾ, ਬਸ ਉਹਦਾ ਨਾਮ ਲਿਖਤਾ। ਕੇਂਚੂਆ ਛੰਦ ਵੀ ਕਿਤੇ ਕਿਤੇ ਲਿਖਿਆ ਹੁੰਦਾ ਉਹਦਾ ਨਾਮ। ਹਾਂ, ਅੱਜ ਉਹ ਗੱਲ ਕਰਦੇ ਆ ਰੋਮਾਂਸਵਾਦੀ ਕਾਵਿ ਪ੍ਰਵਰਤੀ। ਇਹਦੇ ਪ੍ਰਮੁੱਖ ਜਿਹੜੇ ਵਾਹਕ ਆ ਉਹ ਤਾਂ ਹੈਗੇ ਆ ਅੰਮ੍ਰਿਤਾ ਮੋਹਨ, ਮਤਲਬ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋਫੈਸਰ ਮੋਹਨ ਸਿੰਘ। ਇਹ ਰੋਮਾਂਸਵਾਦੀ ਕਾਵਿਧਾਰਾ ਦੇ ਵਿੱਚ ਇੱਕ ਮਤਲਬ ਬਹੁਤ ਮੀਲ ਪੱਥਰ ਸਾਬਤ ਹੁੰਦੇ ਆ। ਰੋਮਾਂਸਵਾਦੀ ਕਵਿਤਾਵਾਂ ਬਹੁਤ ਲਿਖੀਆਂ ਇਹਨਾਂ ਨੇ। ਪਰ ਪ੍ਰੋਫੈਸਰ ਪੂਰਨ ਸਿੰਘ ਆ ਜਿਹੜਾ ਉਹ ਖੁੱਲ੍ਹੇ ਮੈਦਾਨ ਕਾਵਿ ਪੁਸਤਕ ਵਿੱਚ ਇਸ ਪ੍ਰਵਰਤੀ ਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਨਜ਼ਰ ਆਉਂਦਾ। ਮਤਲਬ ਕੀ ਹੈ ਕਿ ਰੋਮਾਂਸਵਾਦੀ ਕਾਵਿ ਪ੍ਰਵਰਤੀ ਦਾ ਮੁੱਢ ਪੰਜਾਬੀ ਸਾਹਿਤ ਦੇ ਵਿੱਚ ਕਿਹਨੇ ਬੰਨ੍ਹਿਆ? ਉਹ ਹੈਗਾ ਜੀ ਪ੍ਰੋਫੈਸਰ ਪੂਰਨ ਸਿੰਘ। ਕਿਹੜੇ ਪੁਸਤਕ ਸੰਗ੍ਰਹਿ ਦੇ ਦੁਆਰਾ ਬੰਨ੍ਹਿਆ ਗਿਆ? ਖੁੱਲ੍ਹੇ ਮੈਦਾਨ। ਆਹ ਧਿਆਨ ਰੱਖਣਾ ਤੁਸੀਂ, ਦੋ ਚੀਜ਼ਾਂ ਆਹ ਤੁਹਾਨੂੰ ਪਤਾ ਹੋਊਗਾ ਵੀ ਪ੍ਰੋਫੈਸਰ ਪੂਰਨ ਸਿੰਘ ਨੇ ਬੰਨ੍ਹਿਆ। ਪਰ ਅਗਲਾ ਪ੍ਰਸ਼ਨ ਹੈ ਜਿਹੜਾ ਉਹ ਔਖਾ ਹੈ ਵੀ ਖੁੱਲ੍ਹੇ ਮੈਦਾਨ ਪੁਸਤਕ ਦੇ ਦੁਆਰਾ ਬੰਨ੍ਹਿਆ ਗਿਆ। ਤਿੰਨ ਹੀ ਆਪਸ਼ਨ ਆ, ਤਿੰਨੇ ਪਾ ਦੇਣੇ ਆ ਉਹਨੇ। ਮੰਨ ਲਓ ਪੁੱਛਣਾ ਹੋਵੇ ਵੀ ਕਿਹੜੇ ਕਾਵਿ ਸੰਗ੍ਰਹਿ ਦੁਆਰਾ ਰੋਮਾਂਸਵਾਦੀ ਕਾਵਿ ਪ੍ਰਵਰਤੀ ਦਾ ਮੁੱਢ ਬੱਝਾ, ਤਾਂ ਪ੍ਰਸ਼ਨ ਦਾ ਮਤਲਬ ਕੀ ਆ, ਆਪਸ਼ਨ ਪਾਉਣੇ ਆ ਤਾਂ ਉਹ ਪ੍ਰੋਫੈਸਰ ਪੂਰਨ ਸਿੰਘ ਦੀਆਂ ਤਿੰਨੋਂ ਕਾਵਿ ਸੰਗ੍ਰਹਿ ਖੁੱਲ੍ਹੇ ਕੁੰਡ, ਖੁੱਲ੍ਹੇ ਰੰਗ ਅਸਮਾਨੀ ਅਤੇ ਖੁੱਲ੍ਹੇ ਮੈਦਾਨ ਆ ਜਿਹੜੀ। ਅਤੇ ਜਾਂ ਉਹਨੇ ਕਹਿਤਾ ਵੀ ਉਪਰੋਕਤ ਤਿੰਨੋਂ। ਚੌਥਾ ਆਪਸ਼ਨ ਪਾਉਣਾ ਹੋਵੇ ਤਾਂ ਖੁੱਲ੍ਹੇ ਮੈਦਾਨ ਇਹਦਾ ਉੱਤਰ ਜਿਹੜਾ ਸਹੀ ਬਣੂਗਾ। ਪ੍ਰੋਫੈਸਰ ਮੋਹਨ ਸਿੰਘ ਦੇ ਸਾਵੇ ਪੱਤਰ, ਕੁਸੁੰਬੜਾ, ਅੱਧਵਾਟੇ, ਇਹ ਕਾਵਿ ਪੁਸਤਕਾਂ ਦੇ ਵਿੱਚ ਰੋਮਾਂਸਵਾਦੀ ਰੰਗ ਵਾਲੀ ਕਵਿਤਾ ਹੈ। ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਮੈਂ ਪ੍ਰੋਫੈਸਰ ਪੂਰਨ ਸਿੰਘ ਕਰਾਊਂਗਾ
ਉਦੋਂ ਤੁਸੀਂ ਕੀ ਕਰਨਾ ਹੈ ਵੀ ਉਦੋਂ ਜਿਹੜੇ ਨੋਟਸ ਆ ਜਿਹੜੇ ਤੁਹਾਨੂੰ ਐਡਵਾਂਸ ਅਵੇਲੇਬਲ ਕਰਾ ਦੂੰਗਾ। ਥੋੜ੍ਹੀ ਜਿਹੀ ਐਪ ਦੇ ਵਿੱਚ ਪ੍ਰੋਬਲਮ ਸੀਗੀ ਇੱਕ ਵੀ ਉਹ ਨਾ ਮੈਂ ਜਦੋਂ ਕਿਹਾ ਟੀਮ ਨੂੰ ਵੀ ਇਹਦੇ ਵਿੱਚ ਨੋਟਸ ਆ ਜਿਹੜੇ ਉਹ ਪਾ ਦਿਓ, ਤਾਂ ਉਹ ਕੀ ਹੋਇਆ ਵੀ ਉਹ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ ਵੀ ਨੋਟਸ ਉਹ ਅਪਲੋਡ ਨਹੀਂ ਹੋ ਰਹੇ ਉਹਦੇ ਵਿੱਚ। ਸੋ ਐਰਰ ਆ ਥੋੜ੍ਹੀ ਜਿਹੀ, ਕੋਈ ਨਹੀਂ, ਟੈਕਨੀਕਲ ਇਸ਼ੂ ਆ, ਸਹੀ ਹੋ ਜਾਊਗਾ। ਹਾਂ, ਪ੍ਰੋਫੈਸਰ ਮੋਹਨ ਸਿੰਘ ਦੀਆਂ ਸਾਵੇ ਪੱਤਰ, ਕੁਸੁੰਭੜਾ ਤੇ ਅੱਧ ਵਾਟੇ, ਇਹ ਹੈ ਜੀ ਰੋਮਾਂਸਵਾਦੀ ਰੰਗ ਵਾਲੀਆਂ ਇਹਨਾਂ ਦੇ ਵਿੱਚ ਹੈਗੀਆਂ ਰੋਮਾਂਸਵਾਦੀ ਰੰਗ ਵਾਲੀ ਕਵਿਤਾ ਇਹਨਾਂ ਕਾਵ ਪੁਸਤਕਾਂ ਦੇ ਵਿੱਚ। ਸਾਵੇ ਪੱਤਰ, ਕੁਸੁੰਭੜਾ ਤੇ ਅੱਧ ਵਾਟੇ। ਧਿਆਨ ਰੱਖਣਾ ਤੁਸੀਂ ਇਸ ਗੱਲ ਨੂੰ, ਉੱਧਰ ਐਡ ਕਰ ਲੈਣੀ ਹੈ ਇਹ ਗੱਲ। ਆਹ ਦੇਖੋ ਜੀ ਕਿਵੇਂ ਉਦਾਹਰਣ ਹੈ, ਇਹ ਰੋਮਾਂਸਵਾਦੀ ਕਾਵ ਪ੍ਰਵਰਤੀ ਦਾ ਉਦਾਹਰਣ ਹੈ। ਮੈਂ ਸ਼ਾਇਰ ਰੰਗ ਰੰਗੀਲਾ, ਮੈਂ ਪਲ ਪਲ ਰੰਗ ਵਟਾਵਾਂ, ਮੈਨੂੰ ਜੇ ਰੱਬ ਵੀ ਆਖੇ ਆ ਮੇਰੇ ਚੌੜੇਪਣ ਵਿੱਚ ਰਲ ਜਾ, ਕਦੀ ਨਾ ਰਲਾਂ ਕਦੀ ਨਾ ਖਾਲਾ। ਹੁਣ ਇਹ ਆ ਜਿਹੜਾ ਇਹ ਖੁੱਲ੍ਹ ਹੈ ਵੀ ਮੈਨੂੰ ਜੇ ਰੱਬ ਵੀ ਆਖੇ ਵੀ ਮੇਰੇ ਚੌੜੇਪਣ ਦੇ ਵਿੱਚ, ਮੇਰੇ ਕਲਾਵੇ ਦੇ ਵਿੱਚ ਆ ਜਾ, ਅਤੇ ਮੈਂ ਕਹਿੰਦਾ ਉਦੋਂ ਵੀ ਨਾ ਆਵਾਂ। ਮਤਲਬ ਕੀ ਆ ਵੀ ਰੋਮਾਂਸਵਾਦੀ ਕਵੀਆਂ ਨੇ ਕੀ ਕੀਤਾ ਵੀ ਆਪਣੀ ਖੁੱਲ੍ਹ ਲੈਣ ਵਾਸਤੇ ਉਹਨਾਂ ਨੇ ਰੱਬ ਨੂੰ ਇੱਕ ਵਾਰੀ ਇੱਕ ਪਾਸੇ ਕਰਤਾ। ਰੋਮਾਂਸਵਾਦੀ ਕਾਵ ਪ੍ਰਵਰਤੀ ਇਹਨੂੰ ਕਿਹਾ ਜਾਂਦਾ। ਦੇਖ ਲਓ, ਰੋਮਾਂਸਵਾਦੀ ਕਾਵ ਪ੍ਰਵਰਤੀ ਦਾ ਉਦਾਹਰਣ ਹੈ। ਅੱਗੇ ਆ ਜਾਓ, ਆ ਦੇਖੋ ਕਿਹੜੀਆਂ ਕਿਹੜੀਆਂ ਕਵਿਤਾਵਾਂ ਜਿਹੜੀਆਂ ਰੋਮਾਂਸਵਾਦੀ ਕਵੀ ਘੋਸ਼ਿਤ ਕਰਦੀਆਂ ਪ੍ਰੋਫੈਸਰ ਮੋਹਨ ਸਿੰਘ ਨੂੰ। ਛੱਤੋ ਦੀ ਬੇਰੀ, ਪਰ ਧਿਆਨ ਰੱਖਿਓ ਪ੍ਰੋਫੈਸਰ ਪੂਰਨ ਸਿੰਘ ਨਹੀਂ ਗਾ, ਪ੍ਰੋਫੈਸਰ ਮੋਹਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਦੀ ਉੱਤੇ ਗੱਲ ਹੋ ਗਈ ਆ ਖੁੱਲ੍ਹੇ ਮੈਦਾਨ ਕਾਵ ਸੰਗ੍ਰਹਿ ਦੀ। ਬਸ ਛੱਤੋ ਦੀ ਬੇਰੀ, ਕੁੜੀ ਪੋਠੋ ਹਾਰਦੀ, ਹਵਾ ਦਾ ਜੀਵਨ, ਬਸੰਤ, ਨੂਰ ਜਹਾਂ, ਅਨਾਰਕਲੀ, ਇਹ ਸਾਰੀਆਂ ਜਿਹੜੀਆਂ ਇਹ ਰੋਮਾਂਸਵਾਦੀ ਕਾਵ ਪ੍ਰਵਰਤੀ ਵਾਲੀਆਂ ਕਵਿਤਾਵਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ। ਇਹਨਾਂ ਦੇ ਨਾਮ ਐਵੇਂ ਦੇ ਐਵੇਂ ਹੀ ਚੇਤੇ ਰੱਖਣੇ ਆ। ਇੱਕ ਅੱਧੀ ਉਹਨੇ ਕਵਿਤਾ ਦਾ ਨਾਮ ਅੱਡ ਲਿਖ ਕੇ ਪ੍ਰਸ਼ਨ ਪੁੱਛ ਸਕਦਾ, ਤੁਸੀਂ ਯਾਦ ਰੱਖਣੇ ਆ ਇਹ ਮਨਾ ਵੀ ਪ੍ਰਸ਼ਨ ਪਾਉਣੇ ਆ ਉਹਨੇ ਆਪਦੇ ਹਿਸਾਬ ਨਾਲ ਕਿਵੇਂ ਵੀ ਬਣਾ ਸਕਦਾ ਐਗਜ਼ਾਮੀਨਰ। ਇਸ ਚੀਜ਼ ਨੂੰ ਤੁਸੀਂ ਪੂਰਾ ਮਤਲਬ ਯਾਦ ਰੱਖਣਾ ਵੀ ਆਹ ਜਿਹੜੀਆਂ ਕਵਿਤਾਵਾਂ ਇਹਦੀਆਂ, ਧਿਆਨ ਰੱਖਿਓ ਕਵਿਤਾ ਸੰਗ੍ਰਹਿ ਨਹੀਂ ਗੇ ਇਹਦੇ, ਕਵਿਤਾ ਸੰਗ੍ਰਹਿ ਦੇ ਨਾਮ ਉੱਪਰ ਦੇਤੇ ਆ ਉਹਨੇ ਵੀ ਕਿਹੜੇ ਕਿਹੜੇ ਰੋਮਾਂਸਵਾਦੀ ਕਾਵ ਪ੍ਰਵਰਤੀ ਵਾਲੇ ਆ। ਇੱਕ ਸਾਵੇ ਪੱਤਰ, ਇੱਕ ਕੁਸੁੰਭੜਾ ਤੇ ਇੱਕ ਅੱਧ ਵਾਟੇ। ਇਹਨਾਂ ਦੇ ਵਿੱਚ ਇਹਨਾਂ ਕਾਵ ਸੰਗ੍ਰਹਿ ਪੁਸਤਕਾਂ ਵਿੱਚ, ਕਾਵ ਸੰਗ੍ਰਹਿ ਪੁਸਤਕਾਂ ਇਹ, ਪਰ ਉਹਦਾ ਦੇ ਵਿੱਚ ਕਵਿਤਾਵਾਂ ਕਿਹੜੀਆਂ ਕਿਹੜੀਆਂ ਮੇਨ ਆ ਜਿਹੜੀਆਂ ਰੋਮਾਂਸਵਾਦੀ ਪ੍ਰਵਰਤੀ ਵੱਲ ਜਿਹਦਾ ਝੁਕਾਅ। ਛੱਤੋ ਦੀ ਬੇਰੀ, ਕੁੜੀ ਪੋਠੋ ਹਾਰਦੀ, ਹਵਾ ਦਾ ਜੀਵਨ, ਬਸੰਤ, ਨੂਰ ਜਹਾਂ, ਅਨਾਰਕਲੀ। ਪਤਾ ਲੱਗ ਗਿਆ ਨਾ ਤੁਹਾਨੂੰ ਵੀ ਕਵਿਤਾ ਤੇ ਕਾਵ ਸੰਗ੍ਰਹਿ ਦੇ ਵਿੱਚ ਫਰਕ ਆ ਗਿਆ ਨਾ। ਕਾਵ ਸੰਗ੍ਰਹਿ ਮਤਲਬ ਜਿਹਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਦਾ ਸੰਗ੍ਰਹਿ ਆ, ਉਹਦੇ ਵਿੱਚ ਕੁਝ ਕਵਿਤਾਵਾਂ ਦੇ ਨਾਮ ਲਿਖੇ ਹੋਏ ਆ। ਅੰਮ੍ਰਿਤਾ ਪ੍ਰੀਤਮ ਦੀ ਲਓ ਜੀ ਗੱਲ ਕਰਦੇ ਹਾਂ ਆਪਾਂ। ਅੰਮ੍ਰਿਤਾ ਪ੍ਰੀਤਮ ਬਹੁਤ ਮਸ਼ਹੂਰ ਨਾਮ ਹੈ ਜੀ, ਅੰਮ੍ਰਿਤਾ ਪ੍ਰੀਤਮ। ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ। ਹੁਣ ਦੇਖੋ ਮੇਰੀ ਇੱਕ ਗੱਲ ਸੁਣੋ, ਉੱਪਰ ਆ ਰੋਮਾਂਸਵਾਦੀ ਕਾਵ ਪ੍ਰਵਰਤੀ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਔਰ ਰੋਮਾਂਸਵਾਦੀ ਕਾਵ ਪ੍ਰਵਰਤੀ ਦੇ ਨਾਲ ਸੰਬੰਧਿਤ ਕਵਿਤਾਵਾਂ ਵੀ ਲਿਖਦੇ ਆ। ਬਾਅਦ ਦੇ ਵਿੱਚ ਇਹਨਾਂ 'ਤੇ ਪ੍ਰਗਤੀਵਾਦ ਦਾ ਅਸਰ ਹੋ ਜਾਂਦਾ ਹੈ, ਪ੍ਰਗਤੀਵਾਦੀ ਕਾਵ ਰਚਨਾਵਾਂ ਵੀ ਸ਼ੁਰੂ ਕਰਦੇ ਆ। ਪਰ ਆਹ ਜਿਹੜੀਆਂ ਕਾਵ ਪੁਸਤਕਾਂ ਹੈ ਜਿਹੜੀਆਂ ਸਾਵੇ ਪੱਤਰ, ਕੁਸੁੰਭੜਾ ਤੇ ਅੱਧ ਵਾਟੇ ਪ੍ਰੋਫੈਸਰ ਮੋਹਨ ਸਿੰਘ ਦੀਆਂ, ਇਹ ਤਾਂ ਹੈਗੀਆਂ ਰੋਮਾਂਸਵਾਦੀ ਪ੍ਰਵਰਤੀ ਦੇ ਨਾਲ। ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਸਾਰੀਆਂ ਕਾਵ ਪੁਸਤਕਾਂ ਦੀ ਰਚਨਾ ਕੀਤੀ ਹੈ। ਅੱਗੇ ਹੋਰ ਵੀ ਤੁਸੀਂ ਪੜ੍ਹਦੇ ਹਨ, ਜੰਦਰੇ, ਜਮੀਰ, ਬੂਹੇ, ਤੇ ਇਹਨਾਂ ਦੇ ਨਾਮ ਨਹੀਂ ਆਏ ਕਿਉਂਕਿ ਇਹ ਪ੍ਰਗਤੀਵਾਦੀ ਚਾਹੁੰਗੇ। ਸਮਝੇ ਕਹਾਣੀ ਨੂੰ, ਅਲੱਗ-ਅਲੱਗ ਕਰ ਲਿਓ ਇਹਨਾਂ ਨੂੰ, ਰੋਮਾਂਸਵਾਦੀ ਤੇ ਪ੍ਰਗਤੀਵਾਦੀ ਨੂੰ ਅਲੱਗ-ਅਲੱਗ ਸਮਝਣਾ ਆਪਾਂ। ਅਗਲਾ ਆਪਣਾ ਆਪਸ਼ਨ, ਅਗਲਾ ਜਿਹੜਾ ਪ੍ਰਵਰਤੀ ਹੈ ਜਿਹੜੀ ਉਹ ਪ੍ਰਗਤੀਵਾਦੀ ਹੈ। ਇਹਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਵੀ ਰੋਮਾਂਸਵਾਦੀ ਕਵਿਤਾਵਾਂ ਵੀ ਲਿਖੀਆਂ ਤੇ ਪ੍ਰਗਤੀਵਾਦੀ ਕਵਿਤਾਵਾਂ ਵੀ ਲਿਖੀਆਂ। ਹੁਣ ਰੋਮਾਂਸਵਾਦੀ ਕਿਹੜੀਆਂ ਕਿਹੜੀਆਂ? ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ ਸਾਂਝ ਦੀ ਲਾਲੀ, ਇਹ ਰਚਨਾਵਾਂ ਜਿਹੜੀਆਂ ਇਹਨਾਂ ਦੇ ਵਿੱਚ ਹੈਗੀ ਰੋਮਾਂਸਵਾਦੀ ਕਾਵ ਪ੍ਰਵਰਤੀ। ਉਸ ਤੋਂ ਬਾਅਦ ਪਿਛਲੇ ਸਮੇਂ ਵਾਲੀ ਕਵਿਤਾ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਦਿਖਾਈ ਦਿੰਦੀ ਹੈ, ਜਿਹੜੀ ਜਿਸ ਕਰਕੇ ਇਹਨੂੰ ਰੋਮਾਂਟਿਕ ਪ੍ਰਗਤੀਵਾਦ ਪ੍ਰਵਰਤੀ ਦੀ ਕਵਿਤਰੀ ਕਿਹਾ ਜਾਂਦਾ ਇਹਨੂੰ। ਹੁਣ ਆ ਗਿਆ ਜੀ ਬਾਵਾ ਬਲਵੰਤ। ਬਾਵਾ ਬਲਵੰਤ ਨਿਰੋਲ ਪ੍ਰਗਤੀਵਾਦੀ ਕਵੀ ਹੈ। ਬਾਵਾ ਬਲਵੰਤ, ਜਦੋਂ ਜਦੋਂ ਪ੍ਰਗਤੀਵਾਦ ਦਾ ਨਾਮ ਆਉਂਦਾ ਤੇ ਉਦੋਂ ਬਾਵਾ ਬਲਵੰਤ ਦਾ ਨਾਮ ਜ਼ਰੂਰ ਲਿਆ ਜਾਂਦਾ। ਬਾਵਾ ਬਲਵੰਤ ਹੈ ਜਿਹੜਾ ਨਿਰੋਲ ਪ੍ਰਗਤੀਵਾਦੀ ਹੈ ਪੂਰਾ, ਪਰ ਉਹਦੀਆਂ ਦੋ ਕਵਿਤਾਵਾਂ ਜਿਹੜੀਆਂ ਇਹ ਰੋਮਾਂਸਵਾਦੀ ਕਵਿਤਾਵਾਂ ਹੈ, ਉਸ ਦਾ ਹਾਰ ਤੇ ਤੇਰਾ ਇੱਕ ਦਿਲ ਹੈ ਜਾਂ ਦੋ।
ਆਹ ਦੋ ਕਵਿਤਾਵਾਂ ਦਾ ਧਿਆਨ ਰੱਖਣਾ। ਇਹਨਾਂ ਦੇ ਉੱਪਰ, ਇਹਨਾਂ ਕਵਿਤਾਵਾਂ ਦੇ ਵਿੱਚ ਬਲਵੰਤ ਬਾਵਾ ਦੇ ਉੱਪਰ, ਬਾਵਾ ਬਲਵੰਤ ਦੇ ਉੱਪਰ ਰੋਮਾਂਸਵਾਦੀ ਕਾਵ ਪ੍ਰਵਰਤੀ ਭਾਰੂ ਹੈ। ਇਹਨਾਂ ਦੇ ਵਿੱਚ ਉਸ ਦਾ ਹਾਰ ਤੇ ਤੇਰਾ ਇੱਕ ਦਿਲ ਹੈ ਜਾਦੂ। ਹੁਣ ਆ ਗਿਆ ਜੀ ਪ੍ਰੀਤਮ ਸਿੰਘ ਸਫੀਰ। ਪ੍ਰੀਤਮ ਸਿੰਘ ਸਫੀਰ ਜਸਟਿਸ ਹੈ ਕਿ ਇਹਦੇ ਬਾਰੇ ਆਪਾਂ ਪੂਰਾ ਪ੍ਰੋਪਰ ਪੜ੍ਹਾਂਗੇ, ਸਿਲੇਬਸ ਦੇ ਵਿੱਚ ਵੀ ਹੈਗਾ। ਇਹ ਪ੍ਰਗਤੀਵਾਦੀ ਕਵੀ ਹੈ, ਪਰ ਕੁਝ ਕੁ ਹੈਗੀਆਂ ਵੀ ਜਿਹੜੀਆਂ ਦੇ ਵਿੱਚ ਕੁਝ ਕੁ ਕਵਿਤਾਵਾਂ ਦੇ ਵਿੱਚ ਉਹ ਕਹਿੰਦਾ ਜੀ ਦੇਖਿਆ ਜਾ ਸਕਦਾ ਰੋਮਾਂਸਵਾਦੀ। ਲਿਖਿਆ ਨਹੀਂ ਗਾ ਇਹਨੇ ਹਾਲਾਂਕਿ, ਇਸ ਕਰਕੇ ਇਹਨੂੰ ਰਹਿਣ ਦਿਓ, ਕੋਈ ਦਿੱਕਤ ਨਹੀਂ, ਇਹਨੂੰ ਛੱਡ ਦਿਓ। ਉਸ ਤੋਂ ਬਾਅਦ ਧਨੀ ਰਾਮ ਚਾਤਰਿਕ, ਕਿਰਪਾ ਸਾਗਰ, ਇਹਨਾਂ ਦੇ ਵਿੱਚ ਕੋਈ ਨਹੀਂ। ਆ ਦੇਖੋ ਹੁਣ ਆ ਗਿਆ ਜੀ। ਹੁਣ ਤੁਸੀਂ ਕਹੋਗੇ ਵੀ ਸਰ ਜੀ ਰੋਮਾਂਸਵਾਦੀ ਕਾਵ ਪ੍ਰਵਰਤੀ ਕਹਿੰਦੇ ਕਿਹਨੂੰ ਆ? ਰੋਮਾਂਸਵਾਦੀ ਕਾਵ ਪ੍ਰਵਰਤੀ ਜੇ ਸਮਝਣੀ ਹੈ ਨਾ ਤਾਂ ਦੋ ਲਾਈਨਾਂ ਦੇ ਵਿੱਚ ਲਿਖੀ ਹੋਈ ਹੈ। ਜੀਵਨ ਪ੍ਰਤੀ ਵਿਅਕਤੀਗਤ ਦ੍ਰਿਸ਼ਟੀਕੋਣ, ਇੱਕ ਹੁੰਦਾ ਹੈ ਜੀਵਨ ਪ੍ਰਤੀ ਵਸਤੂਗਤ ਦ੍ਰਿਸ਼ਟੀਕੋਣ, ਇੱਕ ਹੁੰਦਾ ਜੀਵਨ ਪ੍ਰਤੀ ਵਿਅਕਤੀਗਤ ਆਪਣਾ ਖੁਦ ਦਾ ਦ੍ਰਿਸ਼ਟੀਕੋਣ। ਸੰਸਕ੍ਰਿਤ ਦੇ ਬੰਧਨਾਂ ਦਾ ਵਿਰੋਧ, ਮਤਲਬ ਜਿਹੜਾ ਕੋਈ ਸੱਭਿਆਚਾਰ ਸੰਸਕ੍ਰਿਤੀ ਆ ਉਹਦੇ ਬੰਧਨਾਂ ਦਾ ਵਿਰੋਧ ਕਰਨਾ। ਕਲਪਨਾ ਦੀ ਉਡਾਰੀ, ਇਹਦੇ ਵਿੱਚ ਕਲਪਨਾ ਦੀ ਉਡਾਰੀ ਹੈ। ਪ੍ਰੋਫੈਸਰ ਪੂਰਨ ਸਿੰਘ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਪਸ਼ੂ ਬਣ ਜਾ, ਇਹ ਕਲਪਨਾ ਹੈ। ਪਸ਼ੂ ਥੋੜ੍ਹਾ ਕੋਈ ਬਣ ਸਕਦਾ। ਪਸ਼ੂ ਬਣਨ ਨੂੰ, ਡੰਗਰ ਬਣਨ ਨੂੰ ਕਿਹਦਾ ਜੀ ਕਰਦਾ? ਪਰ ਇੱਕ ਇਹ ਮਤਲਬ ਸ਼ਾਨਦਾਰ ਤਰੀਕੇ ਨਾਲ ਲਹਿਜੇ ਦੇ ਵਿੱਚ ਲਿਖੀ ਹੋਈ ਹੈ। ਔਰ ਰੋਮਾਂਸਵਾਦੀ ਕਾਵ ਪ੍ਰਵਰਤੀ। ਅਤੀਤ ਦਾ ਮੋਹ, ਅਤੀਤ ਹੁੰਦਾ ਪਿਛਲਾ ਸਮਾਂ ਜੋ ਬੀਤ ਗਿਆ, ਅਤੀਤ ਪਾਸਟ ਦਾ ਮੋਹ ਕਰਦੇ ਆ ਵਾਰੀ ਵਾਰੀ ਉਹ ਕਵੀ ਪਿੱਛੇ ਜਾਣ ਨੂੰ। ਪਰਾ ਸਰੀਰਕਤਾ ਦੀ ਵਿਲੱਖਣਤਾ, ਮਤਲਬ ਵਿਲੱਖਣ ਹੁੰਦੀਆਂ, ਮਤਲਬ ਅੱਡ ਥੋੜ੍ਹੀਆਂ ਜੀਆਂ, ਅੱਡ ਰਹੀਆਂ, ਅਲੱਗਾ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ। ਪਰਾ ਸਰੀਰਕ ਹੁੰਦੀਆਂ ਜਿਹੜੀਆਂ ਸਾਡੀ ਕਲਪਨਾ ਤੋਂ ਬਾਹਰ ਹੋਵੇ ਚੀਜ਼, ਉਹਨੂੰ ਕਹਿੰਦੇ ਆ ਪਰਾ ਭੌਤਿਕ, ਪਰਾ ਸਰੀਰਕ। ਜਿਹੜੀਆਂ ਸਰੀਰਕ ਨਾ ਹੋਣ, ਸਰੀਰ ਤੋਂ ਪਰੇ ਹੋਣ। ਮਤਲਬ ਹੁਣ ਜਿਵੇਂ ਮੰਨ ਲਓ ਪ੍ਰੋਫੈਸਰ ਪੂਰਨ ਸਿੰਘ ਕਹਿ ਰਿਹਾ ਕਿ ਮੇਰਾ ਪਸ਼ੂ ਬਣਨ ਨੂੰ ਜੀ ਕਰ ਰਿਹਾ, ਮੇਰਾ ਜੀ ਕਰਦਾ ਹੈ ਕਿ ਮੈਂ ਪੰਛੀ ਬਣ ਕੇ ਤੇ ਅਸਮਾਨ ਦੇ ਵਿੱਚ ਉਡਾਰੀ ਲਾਵਾਂ। ਇਹ ਪਰਾ ਸਰੀਰਕਤਾ ਦੀ ਵਿਲੱਖਣਤਾ ਹੈ। ਪਰਾ ਸਰੀਰਕਤਾ ਇੱਕ ਤਰ੍ਹਾਂ ਦੀ ਮਤਲਬ ਕਿ ਗੈਬੀ ਸ਼ਕਤੀ ਹੀ ਇਸ ਤਰ੍ਹਾਂ ਕਰ ਸਕਦੀ ਹੈ, ਨਹੀਂ ਤਾਂ ਕੋਈ ਐਵੇਂ ਤਾਂ ਹੈ ਨਹੀਂ, ਹੁੰਦਾ ਨਹੀਂ ਕਦੇ ਐਵੇਂ ਕਦੇ ਹੋਇਆ ਵੀ ਬੰਦਾ ਪੰਛੀ ਬਣ ਕੇ ਉੱਡ ਗਿਆ। ਇਹ ਤਾਂ ਸ਼ਕਤੀਆਂ ਵਾਲੀ ਗੱਲ ਹੋ ਗਈ, ਪਰ ਇਹ ਤਾਂ ਫਿਰ ਪਰਾ ਸਰੀਰਕਤਾ ਹੋ ਗਈ। ਹੁਣ ਆ ਗਈ ਜੀ ਪ੍ਰਗਤੀਵਾਦੀ ਕਾਵ ਪ੍ਰਵਰਤੀ। ਪ੍ਰਗਤੀਵਾਦੀ ਕਾਵ ਪ੍ਰਵਰਤੀ ਕਹਿੰਦੇ ਕਿਹਨੂੰ ਆ? ਅਖੀਰ ਦੇ ਵਿੱਚ ਇੱਥੇ ਦਿੱਤਾ ਹੋਣਾ ਪ੍ਰਗਤੀਵਾਦੀ ਕਾਵ ਪ੍ਰਵਰਤੀ। ਹਾਂ ਕੋਈ ਨਹੀਂ, ਆ ਜਾਊਗਾ ਕਿਤੇ ਨਾ ਕਿਤੇ, ਪਰ ਇਹ ਕਾਵ ਪ੍ਰਵਰਤੀਆਂ ਬਾਰੇ ਵੀ ਆ ਜਾਊ। ਪ੍ਰਗਤੀਵਾਦੀ ਕਾਵ ਧਾਰਾ ਜਿਹੜੀ ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਸੁਚੇਤ ਕਾਵ ਧਾਰਾ ਹੈ, ਜੋ ਮਾਰਕਸਵਾਦੀ ਵਿਸ਼ਵ ਦਰਸ਼ਨ ਦੀ ਪੈਰਵੀ ਕਰਦੀ ਨਜ਼ਰ ਆਉਂਦੀ ਹੈ। ਲਓ ਜੀ, ਇੱਥੇ ਪ੍ਰਗਤੀਵਾਦੀ ਕਾਵ ਧਾਰਾ ਜਦੋਂ ਚੱਲਦੀ ਹੈ ਉਦੋਂ ਪੰਜਾਬੀ ਸਾਹਿਤ ਵਿਸ਼ਵ ਦੇ ਸਾਹਿਤ ਨਾਲ ਜਾ ਕੇ ਜੁੜਦਾ। ਤੁਸੀਂ ਮੰਨ ਗਏ ਇਸ ਗੱਲ ਨੂੰ? ਮੰਨਦੇ ਹੋ? ਕਿਉਂਕਿ ਇਹ ਜਿਹੜੀ ਮਾਰਕਸਵਾਦੀ ਵਿਚਾਰਧਾਰਾ ਰੂਸ ਦੇ ਵਿੱਚ ਚੱਲਦੀ ਹੈ ਜਦੋਂ, ਹੈ ਨਾ, ਉਹ ਜਾਰ ਵਾਲੀ ਕ੍ਰਾਂਤੀ ਜਿਹੜੀ ਚੱਲਦੀ ਹੈ 1917 ਸ਼ਾਇਦ ਸਨ ਹੁੰਦਾ, ਜਾਰ ਕ੍ਰਾਂਤੀ, ਜਿੱਥੋਂ ਮਾਰਕਸਵਾਦੀ ਲਹਿਰ ਚੱਲਦੀ ਹੈ, ਜਿੱਥੋਂ ਰੂਸ ਦੇ ਮਜ਼ਦੂਰਾਂ ਦੀ ਸ਼੍ਰੇਣੀ ਦੇ ਮਤਲਬ ਹਿੱਤਾਂ ਦੀ ਰੱਖਿਆ ਵਾਸਤੇ ਜਿਹੜਾ ਕੰਮ ਸ਼ੁਰੂ ਹੁੰਦਾ ਅੰਦੋਲਨ, ਉਹਨੂੰ ਕਿਹੜੀ ਮਾਰਕਸਵਾਦੀ, ਕਾਰਲ ਮਾਰਕਸ ਜਿਹੜਾ ਮਾਰਕਸਵਾਦੀ ਵਿਚਾਰਧਾਰਾ ਉਸ ਦੀ ਪੈਰਵੀ ਕਰਦੀ ਹੈ। ਅਤੇ ਉਹਦੇ ਤੋਂ ਅੱਗੇ ਜਿਹੜੀ ਕਾਵ ਧਾਰਾ ਪੈਦਾ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਪ੍ਰਗਤੀਵਾਦੀ ਕਾਵ ਧਾਰਾ। ਪ੍ਰਗਤੀ ਦਾ ਸ਼ਾਬਦਿਕ ਅਰਥ ਹੁੰਦਾ ਵਿਕਾਸ ਕਰਨਾ, ਤਰੱਕੀ ਕਰਨਾ। ਪ੍ਰਗਤੀਵਾਦੀ ਕਾਵ ਧਾਰਾ ਦੇ ਵਿੱਚ ਕੀ ਆ ਵੀ ਇੱਕ ਤਾਂ ਸਾਰੇ ਲੋਕਾਂ ਨੂੰ ਇੱਕ ਸਮਾਨ ਸਮਝਣਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਮਾਜਵਾਦ, ਸਮਾਜਿਕਤਾ। ਸਮਾਜ ਦੇ ਸਾਰੇ ਲੋਕ ਬਰਾਬਰ, ਸਮਾਜ ਦਾ ਸਾਰਾ ਧਨ ਪੈਸਾ ਉਹ ਸਾਰੇ ਲੋਕਾਂ ਦੇ ਵਿੱਚ ਬਰਾਬਰ ਵੰਡਿਆ ਜਾਵੇ। ਆਰਥਿਕ ਪੱਖ ਤੋਂ ਕੋਈ ਵੀ ਕਮਜ਼ੋਰ ਨਾ ਰਹੇ, ਕੋਈ ਵੀ ਤਕੜਾ ਨਾ ਰਹੇ। ਇਸ ਤਰ੍ਹਾਂ ਕਰਕੇ ਮਜ਼ਦੂਰਾਂ ਦੀ ਸ਼੍ਰੇਣੀ ਦੀ ਰੱਖਿਆ ਦੀ ਹਿੱਤਾਂ ਦੀ ਗੱਲ ਕਰਨੀ, ਇਹ ਸਮਾਜਵਾਦੀ ਕਾਵ ਧਾਰਾ ਜਾਂ ਜਿਹਨੂੰ ਆਪਾਂ ਪ੍ਰਗਤੀਵਾਦੀ ਕਾਵ ਧਾਰਾ ਕਹਿੰਦੇ ਹਾਂ। 1936 ਦੇ ਵਿੱਚ ਪ੍ਰਗਤੀਸ਼ੀਲ ਸੰਘ ਦੀ ਸਥਾਪਨਾ ਹੁੰਦੀ ਹੈ ਜੀ। ਅਤੇ ਉਦੋਂ ਵਿੱਚ ਕੀ ਹੈ ਵੀ ਉਹਦਾ ਮੁੱਖ ਜਿਹੜਾ ਬੰਦਾ ਹੁੰਦਾ ਉਹ ਹੁੰਦਾ ਮੁਨਸ਼ੀ ਪ੍ਰੇਮ ਚੰਦ। ਅਤੇ ਸਾਡੇ ਵੀ ਕਵੀ ਜਾਂਦੇ ਆ ਉਹਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਇੱਕ ਪ੍ਰਸਿੱਧ ਨਾਮ ਆਉਂਦਾ ਪ੍ਰਿੰਸੀਪਲ ਸੰਤ ਸਿੰਘ ਸੇਖੋਂ। ਸੰਤ ਸਿੰਘ ਸੇਖੋਂ ਹੈ ਜਿਹੜਾ ਉਹ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਅਪਣਾਉਂਦਾ। ਉਹ ਇੱਥੇ ਗਿਆ ਸੀਗਾ 1936 ਜਦੋਂ ਮੈਨੂੰ ਲੱਗਦਾ ਲਖਨਊ ਦੇ ਵਿੱਚ ਹੋਈ ਸੀ ਸ਼ਾਇਦ ਇਹ ਜਿਹੜੀ ਪ੍ਰਗਤੀਸ਼ੀਲ ਸੰਘ ਦੀ ਜਿਹੜੀ ਸੀਗੀ, ਹੈ ਨਾ। ਸਮਾਜਵਾਦ ਸ਼ਬਦ ਵੀ ਤਾਂ ਜੋੜਿਆ ਹੀ ਆ, ਉਸ ਤੋਂ ਬਾਅਦ ਹੀ ਜੋੜਿਆ। ਸੰਵਿਧਾਨ ਦੇ ਵਿੱਚ ਸਮਾਜਵਾਦ ਸ਼ਬਦ ਆਉਂਦਾ ਨਾ, ਉਹ ਸਮਾਜਵਾਦੀ ਕਾਂਗਰਸ ਦੀ ਸਥਾਪਨਾ ਵੀ ਹੁੰਦੀ ਆ ਇੱਥੇ ਕਿ ਜੇ 1936 ਦੇ ਨੇੜੇ ਤੇੜੇ ਵੀ ਤੁਸੀਂ ਜਦੋਂ ਅੰਦੋਲਨ ਪੜ੍ਹਦੇ ਆ ਨਾ, ਰਾਸ਼ਟਰੀ ਅੰਦੋਲਨ, ਉਦੋਂ ਵੀ ਆਉਂਦਾ। ਬੁੱਧੀਜੀਵੀ ਸਾਹਿਤਕਾਰਾਂ ਨੂੰ ਝੰਜੋੜਿਆ, ਸਾਮਰਾਜਵਾਦ ਦਾ ਵਿਰੋਧ,
ਆਦਿ ਇਸ ਪ੍ਰਵਰਤੀ ਦੇ ਪ੍ਰਮੁੱਖ ਲੱਛਣ ਹਨ। ਲੋਕ ਹਿੱਤਾਂ ਦੀ ਪੈਰਵੀ ਕਰਨਾ ਇਸ ਧਾਰਾ ਦਾ ਮੁੱਖ ਏਜੰਡਾ ਹੈ। ਇਹਦਾ ਮੁੱਖ ਉਦੇਸ਼ ਕੀ ਹੈ? ਲੋਕ ਹਿੱਤਾਂ ਦੀ ਪੈਰਵੀ ਕਰਨਾ, ਖਾਸ ਕਰਕੇ ਮਜ਼ਦੂਰ ਸ਼੍ਰੇਣੀ ਦੀ ਗੱਲ ਕਰਨੀ। ਪ੍ਰਗਤੀਵਾਦੀ ਕਾਵ ਪ੍ਰਵਰਤੀ। ਮਾਹੀ ਮੇਰਾ ਕਾਲੇ ਰੰਗ ਦਾ, ਵਿਹੜੇ ਵੜਦਾ ਤੇ ਚੰਨ ਚੜ੍ਹ ਜਾਂਦਾ, ਜੱਗ ਦੀ ਭਲਾਈ ਵਾਸਤੇ ਬਈਆਂ ਰੋਟੀਆਂ ਮਿਰਚ ਨਾਲ ਖਾਂਦਾ। ਇਹ ਪ੍ਰਗਤੀਵਾਦੀ ਕਾਵਧਾਰਾ ਹੈ। ਆ ਦੇਖ ਲਓ, ਤੁਸੀਂ ਸੋਚਦੇ ਹੋ ਵੀ ਉਹ ਕੋਈ ਹੈਗੀ ਆ ਕੋਈ ਬੁੜੀ, ਅਤੇ ਉਹ ਐਂ ਦੱਸੀ ਜਾਂਦੀ ਹੈ ਦੂਜੀਆਂ ਨੂੰ ਵੀ ਮੇਰਾ ਮਾਹੀ, ਮੇਰੇ ਘਰ ਵਾਲਾ ਤਾਂ ਹੈ ਕਾਲੇ ਰੰਗ ਦਾ ਅਤੇ ਵਿਹੜੇ ਵੜਦਾ ਅਤੇ ਚੰਨ ਹੀ ਚੜ੍ਹ ਜਾਂਦਾ। ਅਤੇ ਜਦ ਲੋਕਾਂ ਅੱਗੇ ਕੀ ਹੈ? ਲੋਕਾਂ ਦੀ ਭਲਾਈ ਵਾਸਤੇ ਬਈਆਂ ਰੋਟੀਆਂ ਮਿਰਚ ਨਾਲ ਖਾਂਦਾ। ਇਹ ਮਜ਼ਦੂਰ ਸ਼੍ਰੇਣੀ ਦੀ ਗੱਲ ਹੋ ਰਹੀ ਹੈ। ਅਰੇ ਸਮਝੇ ਕਿ ਨਹੀਂ ਗੱਲ ਨੂੰ? ਇਸ ਤਰ੍ਹਾਂ ਹੁੰਦੀ ਹੈ, ਲਿਖਣ ਦੇ ਤਰੀਕੇ ਹੁੰਦੇ ਆ ਇਹ। ਤੁਹਾਨੂੰ ਆਉਣਾ ਵੀ ਕਿਤੇ ਆਹ ਤਾਂ ਇਸ਼ਕ ਵਾਲੀ ਬੜੀ ਗੱਲ ਜੀ, ਬੜੀ ਵਧੀਆ ਕੀਤੀ ਹੈ ਵੀ ਤੁਸੀਂ ਕਿਤੇ ਐਂ ਸੋਚੋ ਵੀ ਕਿਸੇ ਨੂੰ ਦੱਸਾਂਗੇ ਗਾ, ਕਿਸੇ ਨੂੰ ਹੈ ਨਾ, ਕਿਸੇ ਨੂੰ ਵਟਸਐਪ 'ਤੇ ਉਦੋਂ ਹੀ ਲਿਖ ਦਿਓ ਮਾਹੀ ਮੇਰਾ ਕਾਲੇ ਰੰਗ ਦਾ, ਵਿਹੜੇ ਵੜਦਾ ਅਤੇ ਚੰਨ ਚੜ੍ਹ ਜਾਂਦਾ। ਐਵੇਂ ਦਾ ਕੰਮ ਨਾ ਕਰਿਓ। ਮਤਲਬ ਕੀ ਹੈ ਵੀ ਐਵੇਂ ਦਾ ਕੰਮ ਨਹੀਂ। ਤੁਸੀਂ ਇਹ ਕੀ ਹੈ ਵੀ ਇਹ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਾਲ ਰਿਲੇਟਡ ਹੈ ਚੀਜ਼ਾਂ ਇਹ, ਇਸ ਕਰਕੇ ਇਹਨੂੰ ਕਿਹਾ ਜਾਂਦਾ ਪ੍ਰਗਤੀਵਾਦੀ ਵਿਚਾਰਧਾਰਾ। ਹਾਂ, ਹੋਰ ਦੇਖੋ ਅੱਗੇ। ਹਾਂ, ਪੰਜਾਬੀ ਦੇ ਵਿੱਚ ਪ੍ਰਗਤੀਵਾਦੀ ਕਵੀ ਹੈ ਜਿਹੜਾ, ਉਹ ਸਭ ਤੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਸ਼ੁਰੂ ਹੁੰਦੀਆਂ। ਪ੍ਰੋਫੈਸਰ ਮੋਹਨ ਸਿੰਘ ਦੀਆਂ 2-3 ਰਚਨਾਵਾਂ ਪਿੱਛੇ ਪੜ੍ਹੀਆਂ ਸੀ ਆਪਾਂ, ਹੁਣ ਦੇਖ ਲਓ ਅਗਲੀਆਂ। ਕੱਚ ਸੱਚ ਆਵਾਜ਼ਾਂ, ਵੱਡਾ ਵੇਲਾ, ਜੰਦਰੇ ਜ਼ਮੀਰ ਤੇ ਬੂਹੇ। ਆਹ ਜਿਹੜੀਆਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਪ੍ਰਗਤੀਵਾਦੀ ਕਾਵਧਾਰਾ ਦੇ ਨਾਲ ਸੰਬੰਧਿਤ ਕਾਵ ਸੰਗ੍ਰਹਿ ਹੈ। ਇਹਦੇ ਕਾਵ ਸੰਗ੍ਰਹਿ ਹੈ, ਪੁਸਤਕਾਂ ਆ, ਕਾਵ ਪੁਸਤਕਾਂ ਹੈ, ਕਾਵ ਸੰਗ੍ਰਹਿ ਹੈ ਇਹਦੇ। ਉਹਦੀ ਕਵਿਤਾ ਜਿਹੜੀ 2 ਟੋਟਿਆਂ ਵਿੱਚ ਭੌਂ ਟੁੱਟੀ ਅਤੇ ਜਾਂ ਤਾਜ ਮਹਿਲ ਕਵਿਤਾ ਜਿਹੜੀ, ਉਹ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਮੂਨੇ ਆ। ਜਦੋਂ ਤਾਜ ਮਹਿਲ ਕਵਿਤਾ ਜਿਹੜੀ ਤੁਸੀਂ ਪੜ੍ਹੀ ਹੋਣੀ ਹੈ, ਅਗਰ ਤੁਸੀਂ ਨਹੀਂ ਪੜ੍ਹੀ ਤਾਂ ਆਪਾਂ ਪੜ੍ਹਾਂਗੇ, ਕੋਈ ਗੱਲ ਨਹੀਂ। ਪ੍ਰੋਫੈਸਰ ਮੋਹਨ ਸਿੰਘ ਪੜ੍ਹਾਂਗੇ। ਉਦੋਂ ਤਾਜ ਮਹਿਲ ਮੈਨੂੰ ਤਾਂ ਹੈਗੀ ਆ ਨਾ, BA ਦੇ ਵਿੱਚ ਲੱਗਦੀ ਹੈ, ਪੜ੍ਹਾਂਗੇ ਆਪਾਂ, ਸ਼ਾਨਦਾਰ ਪੜ੍ਹਾਂਗੇ। ਉਹ ਨਿਰੋਲ ਪ੍ਰਗਤੀਵਾਦੀ ਹੈ ਵੀ ਉਹ ਬੜਾ ਪਹਿਲਾਂ ਦੱਸਦਾ ਹੈ ਵੀ ਪ੍ਰਗਤੀਵਾਦੀ ਵਿਚਾਰਧਾਰਾ ਦੇ ਮਤਲਬ ਪਹਿਲਾਂ ਦੱਸਦਾ ਹੈ ਵੀ ਐਵੇਂ ਕਰਕੇ ਵੀ ਉਹ ਮਤਲਬ ਬੜੇ ਉਪਮਾ ਬੜੀ ਸ਼ਾਨਦਾਰ ਦਿੰਦਾ ਉਹ। ਅਤੇ ਗੁੰਬਦ ਆ ਜਿਹੜੇ ਉਹਨਾਂ ਦੇ ਉਭਾਰਾਂ ਦੀ ਆਪਣੀ ਤੁਲਨਾ ਜਿਹੜੀ ਉਹ ਇਸਤਰੀ ਦੇ ਨਾਲ ਕਰਦਾ, ਐਵੇਂ ਬੜੇ ਸਟਾਈਲ ਜਿਹੇ ਨਾਲ, ਬੜਾ ਸੋਹਣਾ ਤਰੀਕੇ ਨਾਲ ਦੱਸਦਾ ਪਹਿਲਾਂ ਸੀਨ, ਮੁੜ ਕੇ ਇੱਕਦਮ ਸੀਨ ਬਦਲਦਾ। ਫਿਰ ਉਹ ਕਹਿੰਦਾ ਵੀ ਉਹ ਮਤਲਬ ਕੀ ਆ, ਇੰਨੇ ਨੂੰ ਉਹ ਕਹਿੰਦਾ ਵੀ ਗੁੰਬਦ ਦਾ ਅੰਡਾ ਫੁੱਟਿਆ, ਕਹਿੰਦਾ ਮੈਂ ਸੁਪਨੇ 'ਚੋਂ ਬਾਹਰ ਨਿਕਲਿਆ ਅਤੇ ਕਹਿੰਦਾ ਮੈਂ ਦੇਖਿਆ ਵੀ ਗਰੀਬ ਮਜ਼ਦੂਰ ਜਿਹੜੇ ਵਿਚਾਰੇ, ਅਤੇ ਉਹ ਉਹਨਾਂ ਦੇ ਹਾਲਾਤ ਬੜੇ ਦੱਸਦਾ। ਕਹਿੰਦਾ ਵੀ ਉਹਨਾਂ ਦੇ ਤੁੱਕਿਆਂ ਵਰਗੇ ਗਾਟੇ, ਧੌਣਾ ਉਹਨਾਂ ਦੀਆਂ ਤੁੱਕਿਆਂ ਵਰਗੀਆਂ ਪਤਲੀਆਂ ਪਤਲੀਆਂ, ਬੱਚੇ ਉਹਨਾਂ ਨੇ ਬੰਨ੍ਹ ਰੱਖੇ ਆ, ਉਹ ਵਿਚਾਰੇ ਮਜ਼ਦੂਰ ਆ ਜਿਹੜੇ ਉਹ ਤਾਜ ਮਹਿਲ ਬਣਾ ਰਹੇ ਆ। ਉਹਨਾਂ ਦੀ ਗੱਲ ਕਰਦਾ ਜਦੋਂ ਬੜਾ ਸ਼ਾਨਦਾਰ ਦ੍ਰਿਸ਼ ਹੈ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਨੇ ਸਿਰਜਿਆ, ਤਾਜ ਮਹਿਲ ਕਵਿਤਾ। ਇੱਕ ਆ ਜਿਹੜੀ 2 ਟੋਟਿਆਂ ਵਿੱਚ ਭੌਂ ਟੁੱਟੀ, ਇਹਦੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਉਦਾਹਰਣ ਆ, ਬੜੀ ਵਾਰੀ ਪੁੱਛਿਆ ਗਿਆ ਹੋਇਆ। 2 ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਦਾ, ਇੱਕ ਟੋਕਾਂ ਦਾ, 2 ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ। ਇਹ ਪ੍ਰਗਤੀਵਾਦੀ ਕਾਵਧਾਰਾ ਦਾ ਨਿਰੋਲ ਉਦਾਹਰਨ ਹੈ। ਇਹ ਹੈ ਜਿਹੜਾ ਪ੍ਰਗਤੀਵਾਦੀ ਕਾਵਧਾਰਾ ਦਾ ਉਦਾਹਰਨ ਹੈ। ਇਹ ਕੀ ਕਹਿੰਦਾ ਇੱਥੇ ਕਵੀ, ਕੀ ਕਹਿੰਦਾ ਵੀ ਪਹਿਲਾਂ ਤਾਂ ਇਹ ਧਿਆਨ ਰੱਖਿਓ ਵੀ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖੀਆਂ ਹੋਈਆਂ ਗੱਲਾਂ ਇਹ। ਤੁਹਾਡੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਐਕਸਪੀਰੀਅੰਸਡ ਵੀ ਆ ਜਿਨ੍ਹਾਂ ਨੂੰ ਪਤਾ ਹੈ, ਪਰ ਜਿਹੜੇ ਫਰੈਸ਼ਰ ਆ ਉਹ ਜ਼ਰੂਰ ਯਾਦ ਰੱਖਿਓ ਵੀ ਆ ਪ੍ਰੋਫੈਸਰ ਮੋਹਨ ਸਿੰਘ ਨੇ ਆਖੀਆਂ ਗੱਲਾਂ। ਆ ਜਿਹੜੀ ਲਿਖੀਆਂ 2 ਸਤਰਾਂ ਵੀ 2 ਟੋਟਿਆਂ ਦੇ ਵਿੱਚੋਂ ਭੌਂ ਟੁੱਟੀ ਆ, ਕਹਿੰਦਾ ਇੱਕ ਮਹਿਲਾਂ ਦਾ, ਇੱਕ ਟੋਕਾਂ ਦਾ। ਇੱਕ ਤਾਂ ਮਹਿਲ ਦੇ ਵਿੱਚ ਰਹਿਣ ਵਾਲੇ ਲੋਕ ਆ, ਇੱਕ ਮਤਲਬ ਕੀ ਆ ਬਹੁਤ ਸਾਰੇ ਪੈਸੇ ਧੇਲੇ ਵਾਲੇ ਆ। ਢੋਕ ਦਾ ਸ਼ਾਬਦਿਕ ਅਰਥ ਹੁੰਦਾ ਹੈ ਝੌਂਪੜੀ, ਅਤੇ ਇੱਕ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਲੋਕ ਹੈ। 2 ਧੜਿਆਂ ਵਿੱਚ ਖਲਕਤ ਵੰਡੀ। ਖਲਕਤ ਇਹ ਜਿਹੜੀ ਦੁਨੀਆ, ਖਲਕਤ ਦੁਨੀਆ, ਇਹ ਦੁਨੀਆ ਜਿਹੜੀ ਹੈ 2 ਧੜਿਆਂ ਦੇ ਵਿੱਚ ਵੰਡੀ ਹੋਈ ਆ। 2 ਧੜੇ ਆ, 2 ਧਿਰਾਂ ਇਹਦੀਆਂ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ। ਇੱਕ ਤਾਂ ਲੋਕ ਹੈ ਮਤਲਬ ਸਧਾਰਨ ਆਮ ਜਨਤਾ, ਅਤੇ ਇੱਕ ਜੋਕ ਹੈ ਜਿਹੜੇ ਉਹ ਹੁੰਦੇ ਆ ਜਿਹੜੇ ਉਹਨਾਂ ਆਮ ਲੋਕਾਂ ਦਾ ਖੂਨ ਚੂਸਦੇ ਆ, ਆਮ ਲੋਕਾਂ ਨੂੰ ਜਿਹੜੇ ਕੀ ਆ ਤੰਗ ਕਰਦੇ ਆ, ਆਮ ਲੋਕਾਂ ਦੀ ਕਮਾਈ ਹੈ ਜਿਹੜੀ ਹੱਕ ਪਸੀਨੇ ਦੀ ਖੋਹਦੇ ਆ, ਉਹਨੂੰ ਕਿਹਾ ਜਾਂਦਾ ਜੋਕ। ਜੋਕ ਅਸਲ ਦੇ ਵਿੱਚ ਕੀ ਹੈ? ਜੋਕ ਹੁੰਦਾ ਹੈ ਇੱਕ ਕੀੜਾ। ਜੋਕ ਕੀੜਾ ਵੀ ਜੋ ਅਗਰ ਬੰਦੇ ਦੇ ਮੰਨ ਲਓ ਮਾਸ 'ਤੇ ਕਿਤੇ ਚਿਪਕ ਗਿਆ ਤਾਂ ਉਹਨੇ ਉੱਥੋਂ ਐਵੇਂ ਖਿੱਚਣਾ ਸ਼ੁਰੂ ਕਰ ਦੇਣਾ, ਖੂਨ ਚੂਸਣ ਵਾਲੇ। ਅਤੇ ਜੋਕ ਆ ਜਿਹੜਾ ਉਹ ਖੂਨ ਚੂਸਣ ਵਾਲਾ ਹੈ। ਅਤੇ ਖੂਨ ਚੂਸਣ ਵਾਲੇ ਹੈ ਕੌਣ? ਇੱਥੇ ਪ੍ਰਤੀਕਾਂ ਦੇ ਦੁਆਰਾ ਪ੍ਰੋਫੈਸਰ ਮੋਹਨ ਸਿੰਘ ਨੇ ਦੱਸਿਆ, ਸਿੱਧਾ ਨਹੀਂ ਨਾਮ ਲਿਆ ਗਿਆ। ਦੇਖ ਲਓ,
एक महलों का मतलब महलों के विच कौन रहिंदे आ, गरीब तो नहीं रहिंदे, महलों के विच तां अमीर लोग रहिंदे आ। अगे एक टोकां दा एक हिस्सा कहंदा भी दुनिया दे विच टोका मतलब झोंपड़ियां दा, झोंपड़ियां दे विच कौन रहिंदे आ, गरीब। एक लोकां दा, एक जोकां दा, लोक मतलब सधारण जनता जिन्हां दा शोषण हुंदा, शोषित वर्ग, ते शोषण करन वाले जिहड़े कौन आ, शोषक कौन आ, वो हैगे आ जी जोकां दा, जोक है जिहड़े। एक शोषित होंदे आ, एक शोषक होंदे आ। शोषित होंदे आ जिन्हां दा शोषण होवे, ते शोषक होंदे आ शोषण करन वाले। इत्थे शोषक कौन है, शोषण करन वाले कौन आ, वो हैगे जी जोक, मतलब लहू चूसन वाले, खून पीण वाले, गरीबां दा खून चूसन वाले। जोंक ऑयल तुसीं सुणिआ ऐड होंदी हुंदी है कई वारी टीवी ते, जोंक ऑयल उसे वो जिहड़ा छोटा जिहा कीड़ा उहदे तो बनदा ऑयल, तेल है एक, मतलब वो कोई काम आउंदा होना किते वालां वगैरह ते लाउण वास्ते, जोंक ऑयल कहंदे आ। उस कीड़े तो बनता जोंक ऑयल। सो जोंक है जिहड़ा कीड़ा वो शरीर के जिथे भी हिस्से ते लग जाए उत्थों फिर खून चूसना शुरू कर देंदा। अगे आ गई जी अमृता प्रीतम। अमृता प्रीतम है जिहड़ी वो लोक पीड़ा नूं बहुत महसूस करती है। अज आखां वारिस शाह नूं कविता की सिरजना के जरिए वो लोक आवाज़ बनती है। अज आखां वारिस शाह नूं। हुण आ देख लो जी अगलियां जिहड़ियां लंमियां वाटां, सरगी वेला, अशोका चेती, नागमणी, तरिंजन, ये जिहड़ियां काव्य रचनावां दे विच की है ये अमृता प्रीतम इहदे विच प्रगतिवादी कावधारा नूं अपनाउंदी है। अगे देख लो उदाहरण, पंजाब पंजाबी ते मजदूर वर्ग की जबान किवें बनती है। किकरा वे कंडियालिया उत्तों चढ़ गया पो, हक जिन्हां दे अपने आपे लैणगे खो। हुण इहदे विच की है, हक्कां दी गल की है, हितां की गल है। हक जिन्हां दे अपने आपे लैणगे खो। मजदूर श्रेणी अपने हक्कां की गल करदी। अमीर बंदे नूं की लोड़ आ हक्कां दी, अमीर बंदे नूं तां सरकार ने करजा दे ही देना। अमीर बंदे की कोई दिक्कत नहीं, अमीर बंदा करजा लैके मुड़ के भज जांदा, मुड़ के उत्थे वेंदे रहिंदे आ मूँह चक के। है देखिया नहीं तुसीं बैंकां दे विच पिन भी रस्सियां नाल बन्ने हुंदे आ ते उवें उन्हां नूं 11-12 हज़ार करोड़ दे दिंदे आ। वो पता नहीं किहड़े नूं किसे नूं भी चक के दे दिंदे आ, मुड़ के वो लभदा नहीं। 5 रुपइयां दे पिन नूं साਂਭਣ वाले देख लो की हालत हो जाती उन्हां दी। हाँ, बाबा बलवंत तां नरोल प्रगतिवादी है, पता ही है। आपां 2 ही कवितावां जिहड़ियां इहदियां ਉਹਦੇ 'ਚ पढ़ियां सी आपां, और मांसवादी दे विच किहड़ियां एक सी उस दा हार ते एक सी तेरा एक दिल है जां दो। उसियां 2 कवितावां पढ़ियां सी। बाकी देख लो अमर गीत, ज्वालामुखी, बंदरगाह ते सुगंध समीर, ये इहदियां काव्य पुस्तकां जिहड़ियां इन्हां दे विच नरोल प्रगतिवादी विचारधारा आ बाबा बलवंत दियां काव्य पुस्तकां अमर गीत, ज्वालामुखी, बंदरगाह, सुगंध समीर। विश्व दृष्टिकोण तो जो कुछ भी देखिया तो उसे नूं ये ईश्वर पाखंड ते कुर्बानियां पाखंड है, आदमी ही अमल च, आदमी दा अमल च आदमी ही दारू। मैं दोबारे पढ़दा एक बारी फिर, ये ईश्वर पाखंड ते कुर्बानियां पाखंड है, आदमी दा अमल च आदमी ही दारू। अमल दे विच मतलब व्यवहारिक तौर ते अमल दे विच लियाउणा जी, फलानी गल नूं अमल दे विच लैके आउणा, मतलब उस नूं व्यवहार दे विच लियाउणा। हुण इत्थे की है बेटा जी, इत्थे बाबा बलवंत की कह रहा भी ये परमात्मा वाला जिहड़ा कोई धंधा लोगों ने तोड़ रखिया वो निरा पखंड है। कहता परमात्मा कोई एवें कोई कुर्बानियां करते हैं जी असीं, वो भी पखंड है। कहता बाकी की चीज़ है, कहता असल दे विच कहता बंदा ही बंदे दे काम आउंदा है। सो ये जिहड़ा इहनूं समाजवाद कहा जाता है, इहनूं की कहा जाता प्रगतिवादी। ध्यान रखियो भी सब तो पहला तो ये 2 सतरां जिहड़ियां बाबा बलवंत दियां, ते दूसरा ध्यान रखियो भी ये प्रगतिवादी विचारधारा दे नाल संबंधित है। प्रीतम सिंह सफीर दियां कत्तक कूंजां ते रक्त बूंदां, ये दोनों आ जिहड़ियां ये साडियां प्रगतिवादी कावधारा दे नाल संबंधित आ। तुसीं नकार नहीं सकदे इन्हां चीज़ां नूं, तुसीं इहदे ते किंतु परंतु नहीं कर सकदे। अपनी 12वीं वाली जमात दे विच दे रखियां है ना, मैं भी नहीं करदा इहदे ते क्योंकि इहदे विचों प्रश्न आउणगे। गुरचंद रामपुरी दियां कणकां दी खुशबू एक ही है। संतोख सिंह धीर ये तो प्रसिद्ध कहानीकार है, इन्हें जिहड़ी कोई कवितावां लिखियां कोई 2-4 बस ठीक है, बाकी इन्हां गल्लां दी छड्डो, आपां प्रीतम सिंह सफीर तक सही है। हुण आ गई जी प्रयोगशील प्रवृत्ति। प्रयोगशील प्रगतिवादी तो जदों लोकी अक गए तो उदों फिर प्रयोग मतलब कुछ नवां प्रयोग करिए जी, कोई नवां। हुण की होया देख लो, प्रयोगशील लहर की कविता जिहड़ी वो प्रगतिवादी पंजाबी कविता के प्रतिक्रम वजों पैदा हुई है।
ध्यान रखियो। प्रयोगशील लहर तां ही होई आ ਜਦੋਂ ਲੋਕਾਂ ਨੇ ਪ੍ਰਗਤੀਵਾਦ ਤੋਂ ਲੋਕੀ ਅੱਕ ਗਏ। ਪ੍ਰਗਤੀਵਾਦੀਆਂ ਦੀਆਂ ਗੱਲਾਂ ਸੁਣ ਸੁਣ ਕੇ ਲੋਕ ਜਦੋਂ ਅੱਕ ਗਏ ਤਾਂ ਉਦੋਂ ਕੀ ਹੋਇਆ, ਸਾਡੇ ਕਵੀਆਂ ਨੇ ਇੱਕ ਨਵੀਂ ਵਿਚਾਰਧਾਰਾ ਤੋਰੀ ਜਿਹਦਾ ਨਾਮ ਸੀ ਪ੍ਰਯੋਗਸ਼ੀਲ ਲਹਿਰ। ਇਸ ਲਹਿਰ ਦੇ ਸਮਰਥਕਾਂ ਦਾ ਦਾਅਵਾ ਸੀਗਾ ਕਿ ਰੋਮਾਂਟਿਕ ਕਵੀਆਂ ਨੇ ਨਿਰੀ ਨਾਅਰੇਬਾਜ਼ੀ ਕੀਤੀ ਹੈ। ਜਿਹੜੇ ਤਾਂ ਰੋਮਾਂਸਵਾਦੀ ਕਵੀ ਰਹੇ ਆ ਉਹਨਾਂ ਨੇ ਨਿਰੀ ਨਾਅਰੇਬਾਜ਼ੀ ਕੀਤੀ ਹੈ ਅਤੇ ਪ੍ਰਗਤੀਵਾਦੀ ਕਵੀਆਂ ਨੇ ਵੀ ਐਵੇਂ ਕੀਤਾ। ਇਸ ਕਰਕੇ ਪ੍ਰਯੋਗ ਜ਼ਰੂਰੀ ਹੈ। ਹੁਣ ਕੀ ਹੋਇਆ ਵੀ 30 ਦਸੰਬਰ 1962 ਨੂੰ ਜਲੰਧਰ ਦੇ ਵਿੱਚ, ਜਿਵੇਂ 1936 ਨੂੰ ਲਖਨਊ ਦੇ ਵਿੱਚ ਪ੍ਰਗਤੀਵਾਦੀਆਂ ਦੀ ਕਾਨਫਰੰਸ ਹੋਈ ਸੀਗੀ, ਅਤੇ ਉਵੇਂ ਹੀ ਕੀ ਕੀਤਾ ਇਹਨਾਂ ਨੇ, ਇੱਥੇ ਕੀ ਹੋਇਆ ਅਤੇ ਇਹਨਾਂ ਨੇ ਸੰਮੇਲਨ ਸੱਦ ਲਿਆ ਜਲੰਧਰ ਦੇ ਵਿੱਚ। ਸਿਧਾਂਤ ਪੇਸ਼ ਕੀਤੇ ਵੀ ਇੱਕ ਤਾਂ ਕਿਸੇ ਵੀ ਵਾਦ ਵਿੱਚ ਨਹੀਂ ਵੱਜਣਾ। ਹੁਣ ਤੁਹਾਨੂੰ ਪਤਾ ਲੱਗੂਗਾ ਪ੍ਰਯੋਗਸ਼ੀਲ ਲਹਿਰ ਕਿਹਨੂੰ ਕਹਿੰਦੇ ਆ, ਪ੍ਰਯੋਗਸ਼ੀਲ ਪ੍ਰਵਰਤੀ ਕਿਹਨੂੰ ਕਹਿੰਦੇ ਆ। 4 ਗੱਲਾਂ ਦੇ ਵਿੱਚ ਕਿਸੇ ਵਾਦ ਵਿੱਚ ਨਾ ਵੱਜਣਾ, ਵਿਅਕਤੀ ਦੀ ਛੋਟੀ ਤੋਂ ਛੋਟੀ ਕਿਰਿਆ ਨੂੰ ਅਭਿਵਿਅਕਤ ਕਰਨਾ, ਅਨਿਆਏ ਦਾ ਵਿਰੋਧ ਕਰਨਾ, ਆਤਮਹੀਣ ਕਰਨ ਵਾਲੀਆਂ ਸਥਿਤੀਆਂ ਦੀ ਵਿਰੋਧਤਾ ਕਰਨੀ ਹੈ, ਹਰੇਕ ਕਿਸਮ ਦੇ ਪਖੰਡ ਦਾ ਵਿਰੋਧ ਕਰਨਾ ਹੈ, ਗਿਆਨ ਨੂੰ ਵਿਗਿਆਨ ਦੇ ਵਿੱਚ ਰੂਪਾਂਤਰਿਤ ਕਰਨਾ ਹੈ, ਗਿਆਨ ਨੂੰ, ਸਾਡੇ ਨੌਲੇਜ ਨੂੰ ਸਾਇੰਸ ਬੇਸਡ ਕਰਨਾ ਹੈ। ਵਿਗਿਆਨ ਦੇ ਆਧਾਰਿਤ ਮਤਲਬ ਤੱਥਾਂ 'ਤੇ ਆਧਾਰਿਤ। ਸਾਇੰਸ ਸਾਰੀ ਤੱਥਾਂ 'ਤੇ ਆਧਾਰਿਤ ਹੈ, ਤੱਥ ਹੈ ਉਹਦੇ ਵਿੱਚ ਸਾਰੇ, ਉਹਨਾਂ 'ਤੇ ਆਧਾਰਿਤ ਹੈ। ਤਾਂ ਯਾਦ ਰੱਖ ਲਿਓ ਬੇਟਾ ਗੱਲਾਂ ਜਿੰਨੀਆਂ ਦਿੱਤੀਆਂ ਹੋਈਆਂ ਨਾ, ਵਾਦ ਵਿੱਚ ਨਾ ਵੱਜਣਾ, ਵਿਅਕਤੀ ਦੀ ਛੋਟੀ ਤੋਂ ਛੋਟੀ ਕਿਰਿਆ ਦੀ ਅਭਿਵਿਅਕਤੀ, ਇਹ ਆ ਜਿਹੜੀਆਂ ਇਹ ਚੀਜ਼ਾਂ ਤੋਂ ਪਤਾ ਲੱਗਦਾ ਹੈ ਵੀ ਪ੍ਰਯੋਗਸ਼ੀਲ ਪ੍ਰਵਰਤੀ ਲਿਖੀ ਜਾ ਰਹੀ ਹੈ। ਪ੍ਰਯੋਗਸ਼ੀਲ ਪ੍ਰਵਰਤੀ ਦੇ ਨਾਲ ਰਿਲੇਟਡ ਰਚਨਾਵਾਂ ਕੀਤੀਆਂ ਜਾ ਰਹੀਆਂ। ਜੇ ਰਚਨਾ ਦੇ ਵਿੱਚ ਆਹ ਚੀਜ਼ਾਂ ਸ਼ਾਮਲ ਹੈ ਤਾਂ ਸਾਹ ਦੇਖ ਲਓ। ਦਿਸ਼ਾ ਲੈਂਦਿਆਂ ਸਭ ਤੋਂ ਪਹਿਲਾਂ ਆਰੰਭ ਕੀਤੀ ਜਿਹੜੀ, ਉਹ ਸੁਖਪਾਲ ਵੀਰ ਹਸਰਤ ਨੇ। ਹਯਾਤੀ ਦੇ ਸੋਮੇ ਵਣ ਕੰਬਿਆ ਮੋਹ ਮਾਇਆ ਸ਼ਕਤੀਨਾਦ ਵਿਸਬਾਦ ਰੰਗ ਦਿਲ ਦਰਵਾਜ਼ਾ ਆਪਣੇ ਹੈ ਨੀਗਾ ਸਿਲੇਬਸ ਦੇ ਵਿੱਚ। ਸੁਖਪਾਲ ਵੀਰ ਹਸਰਤ ਹੈ ਨੀਗਾ, ਬਸ ਥੋੜ੍ਹਾ ਜਿਹਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹਨੂੰ। ਅੱਗੇ ਆ ਗਿਆ ਜੀ ਜਸਵੀਰ ਸਿੰਘ ਆਹਲੂਵਾਲੀਆ। ਕਾਗਜ਼ ਦੇ ਰਾਵਣ, ਕੂੜ ਰਾਜਾ ਕੂੜ ਪਰਜਾ, ਸੱਚ ਕੀ ਵੇਲਾ, ਬਾਹਰੋਂ ਸਰਾਪੇ ਅੰਦਰੋਂ ਗਵਾਚੇ, ਕਾਇਆ ਕੱਪੜ ਟੁੱਕ ਟੁੱਕ ਹੋਸੀ। ਇਹ ਪ੍ਰਯੋਗਸ਼ੀਲ ਕਵੀਆਂ ਦੇ ਮੋਢੀਆਂ ਦਾ ਇੱਕ ਖਾਸ ਨਾਮ ਹੈ। ਆ ਦੇਖ ਲਓ, ਆ ਜਿਹੜੀ ਆ ਉਦਾਹਰਣ ਦੇ ਰੱਖੀ ਹੈ ਜਸਵੀਰ ਸਿੰਘ ਆਹਲੂਵਾਲੀਆ ਦੀ ਹੈ। ਲੰਮੇ ਸਫ਼ਰ ਦੇ ਸਾਥ ਦੀ ਜੋ ਗੱਲ ਕਰਦੇ ਸਨ ਕਦੀ, ਪਲ ਹੀ ਪਲ ਵਿੱਚ ਹੋ ਗਏ ਕਿਉਂ ਸ਼ਕਲ ਤੋਂ ਹੀ ਅਜਨਬੀ। ਇਹ ਹੈ ਜਿਹੜੀ ਇਹ ਵਿਅਕਤੀ ਦੀ ਛੋਟੀ ਤੋਂ ਛੋਟੀ ਅਭਿਵਿਅਕਤੀ ਕੀਤੀ ਹੈ। ਆ ਜਿਹੜੀ ਦੇ ਵਿੱਚ ਅਗਰ ਤੁਸੀਂ ਇਹ ਚੀਜ਼ਾਂ ਸਮਝਣ ਲੱਗ ਗਏ ਨਾ ਤਾਂ ਬੜਾ, ਮੈਂ ਕਹਿੰਦਾ ਸਿਰਾ ਲੱਗ ਜਾਊਗਾ ਕੰਮ। ਇਹ ਛੋਟੀ ਤੋਂ ਛੋਟੀ ਗੱਲ ਦੀ ਅਭਿਵਿਅਕਤੀ ਹੈ ਵੀ ਜਿਹੜੀ ਮਤਲਬ ਇੱਕ ਕਈ ਕਹਿੰਦੇ ਸੀ ਵੀ ਬੜਾ ਤੇਰੇ ਨਾਲ ਚੱਲਾਂਗੇ ਸਾਥ, ਹੈ ਨਾ, ਅਤੇ ਫਿਰ ਉਹ ਹੈ ਨਾ ਨਹੀਂ ਚੱਲ ਸਕੇ, ਕਹਿਣ ਦਾ ਮਤਲਬ। ਰਵਿੰਦਰ ਰਵੀ ਦਾ ਨਾਮ ਤੁਸੀਂ ਸੁਣਿਆ। ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ। ਇਹ ਹੈ ਜਿਹੜੀ ਹੈ ਪ੍ਰਯੋਗਸ਼ਾਲੀ ਲਹਿਰ ਦੇ ਅਧੀਨ ਰਚੀ ਗਈ ਕਵਿਤਾ। ਬੁੱਕਲ ਦੇ ਵਿੱਚ ਚੋਰ, ਬਿੰਦੂ ਮੌਨ ਹਾਦਸੇ, ਦਿਲ ਟਰਾਂਸਪਲਾਂਟ ਤੋਂ ਬਾਅਦ ਸ਼ਹਿਰ ਜੰਗਲੀ, ਮੇਰੇ ਮੌਸਮਾਂ ਦੀ ਵਾਰੀ, ਸੂਰਜ ਤੇਰਾ ਮੇਰਾ ਆਹ। ਇਹਦੇ ਪ੍ਰਯੋਗਸ਼ਾਲੀ ਲਹਿਰ ਦੇ ਵਿਚਕਾਰ ਪੁਲ ਦਾ ਕੰਮ ਕੀਤਾ ਸੀ ਇਸ ਬੰਦੇ ਨੇ। ਅੱਛਾ, ਹੁਣ ਇਹਦੀ ਗੱਲ ਸੁਣ ਲਓ ਰਵਿੰਦਰ ਰਵੀ ਦੀ। ਰਵਿੰਦਰ ਰਵੀ ਕੀ ਚਾਹੁੰਦਾ ਸੀਗਾ, ਉਹ ਕਹਿੰਦਾ ਵੀ ਕਿਉਂ ਨਾ ਪ੍ਰਯੋਗਸ਼ੀਲ ਅਤੇ ਪ੍ਰਗਤੀਵਾਦ ਨੂੰ ਅੱਡ ਅੱਡ ਨਾ ਰੱਖਿਆ ਜਾਵੇ, ਇਹਨਾਂ ਦੇ ਵਿੱਚ ਇੱਕ ਪੁਲ ਦਾ ਕੰਮ ਕੀਤਾ ਜਾਵੇ। ਰਵਿੰਦਰ ਰਵੀ ਨੇ ਕੁਛ ਇਸ ਤਰ੍ਹਾਂ ਦਾ ਪ੍ਰਯਾਸ ਕੀਤਾ ਜਿਹਦੇ ਵਿੱਚ ਪ੍ਰਗਤੀਵਾਦੀ ਅਤੇ ਪ੍ਰਯੋਗਸ਼ਾਲੀ ਦੋਨਾਂ ਲਹਿਰਾਂ ਨੂੰ ਮਿਕਸ ਕਰਕੇ ਇੱਕ ਕਰਕੇ ਉਹਨੇ ਕਵਿਤਾਵਾਂ ਸ਼ੁਰੂ ਕੀਤੀਆਂ। ਇਹ ਰਵਿੰਦਰ ਰਵੀ ਦਾ ਨਾਮ, ਇੰਨੀ ਗੱਲ 'ਤੇ ਚੇਤੇ ਰੱਖ ਲਿਓ। ਪ੍ਰਗਤੀਵਾਦੀ ਅਤੇ ਪ੍ਰਯੋਗਸ਼ੀਲ ਲਹਿਰ ਵਿਚਕਾਰ ਪੁਲ ਦਾ ਕੰਮ ਕੌਣ ਬੰਦਾ ਕਰ ਰਿਹਾ, ਉਹ ਹੈਗਾ ਰਵਿੰਦਰ ਰਵੀ। ਅਜਾਇਬ ਕਮਲ ਦੀ ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਛੱਡੋ ਇਹਨੂੰ, ਆਪਣੀ ਗੱਲ ਹੈ ਜਿਹੜੀ ਉਹ ਹੈਗੀ ਆ ਹਰਭਜਨ ਸਿੰਘ ਅਤੇ SS ਮੀਸ਼ਾ, ਸੋਹਣ ਸਿੰਘ ਮੀਸ਼ਾ, ਜਿਹਦੀ ਕਾਂਜਲੀ ਨਦੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਸੀ। ਸੋਹਣ ਸਿੰਘ ਮੀਸ਼ਾ। ਡਾਕਟਰ ਹਰਭਜਨ ਸਿੰਘ ਪ੍ਰਸਿੱਧ ਸੋਚਵਾਦੀ ਕਵੀ ਹੈ ਸਾਡਾ। ਡਾਕਟਰ ਹਰਭਜਨ ਸਿੰਘ ਬਹੁਤ ਕਮਾਲ ਦਾ ਕਵੀ ਹੈ। ਪੜ੍ਹਾਂਗੇ ਜਦੋਂ ਤੁਹਾਨੂੰ ਪਤਾ ਲੱਗੂਗਾ, ਬੜੀ ਸ਼ਾਨਦਾਰ ਚੀਜ਼ਾਂ ਲਿਖਦਾ। ਹਰਭਜਨ ਸਿੰਘ ਦੀ ਨਾ ਧੁੱਪੇ ਨਾ ਛਾਵੇਂ, ਸੜਕ ਦੇ ਸਫ਼ੇ ਉੱਤੇ। ਇਹ ਹਰਭਜਨ ਸਿੰਘ ਦੀਆਂ 2 ਰਚਨਾਵਾਂ, 2 ਮਤਲਬ ਕਵਿਤਾ ਸੰਗ੍ਰਹਿ ਆ ਇਹਦੇ। ਇਹ 2 ਕਵਿਤਾ ਸੰਗ੍ਰਹਿ ਆ ਜਿਹੜੇ, ਇਹ ਦੋਨਾਂ ਦੇ ਵਿੱਚ ਪ੍ਰਯੋਗਸ਼ੀਲ ਕਵਿਤਾ, ਪ੍ਰਯੋਗਸ਼ੀਲ ਜਿਹੜਾ ਲਹਿਰ ਆ, ਪ੍ਰਯੋਗਸ਼ੀਲ ਪ੍ਰਵਰਤੀ ਹੈ ਜਿਹੜੀ ਉਹ ਪੂਰੀ ਭਾਰੂ ਹੈ ਇੱਥੇ। ਉਸ ਤੋਂ ਬਾਅਦ ਸੋਹਣ ਸਿੰਘ ਮੀਸ਼ਾ ਦੀ ਚੁਰਸਤਾ, ਜਿਹਦੀ ਕੱਚ ਦੇ ਵਸਤਰ ਧੀਮੇ ਬੋਲ, ਹੈ ਨਾ, ਇਹ ਸੋਹਣ ਸਿੰਘ ਮੀਸ਼ਾ ਦੀਆਂ ਰਚਨਾਵਾਂ। ਉਹਨਾਂ ਦੇ ਵਿੱਚੋਂ ਚੁਰਸਤਾ ਜਿਹੜੀ ਹੈਗੀ ਹੈ ਕਾਵ ਰਚਨਾ, ਉਹ ਕਾਵ ਸੰਗ੍ਰਹਿ ਆ ਜਿਹੜਾ ਪੂਰਾ ਚੁਰਸਤਾ, ਤਾਂ ਉਹ ਹੈ ਜਿਹੜਾ ਉਹਦੇ ਵਿੱਚ ਕੀ ਹੈ, ਉਸ ਦੇ ਵਿੱਚ ਪ੍ਰਯੋਗਸ਼ੀਲ ਪ੍ਰਵਰਤੀ ਹੈ।
ਅੱਗੇ ਆ ਗਈ ਜੀ ਸਾਡੀ ਜੁਝਾਰਵਾਦੀ ਕਾਵ ਪ੍ਰਵਰਤੀ। ਜੁਝਾਰਵਾਦ ਦਾ ਸ਼ਾਬਦਿਕ ਅਰਥ ਮਤਲਬ ਜੂਝਣਾ ਹੁੰਦਾ ਹੈ ਨਾ, ਜੂਝਣਾ। ਹਾਂ, ਪ੍ਰਯੋਗਵਾਦੀ ਕਵਿਤਾ ਦੀ ਖੜੋਤ ਤੋਂ ਅੱਗੇ ਤੁਰਦੀ ਹੋਈ ਜੁਝਾਰ ਵਿਦਰੋਹੀ ਕਵਿਤਾ ਵਿੱਚ ਕਾਵਧਾਰਾ ਪੇਸ਼ ਕਰਦੀ ਹੈ। ਪ੍ਰਗਤੀਵਾਦੀ ਵਿਚਾਰਾਂ ਨਾਲ ਵੀ ਸਮਾਜ ਰਚਾਉਂਦੀ ਹੈ ਜੁਝਾਰਵਾਦੀ, ਅਤੇ ਕ੍ਰਾਂਤੀਕਾਰੀ ਪਰਿਵਰਤਨ ਦਾ ਸੁਨੇਹਾ ਦਿੰਦੀ ਹੈ। ਕਿਉਂਕਿ ਕ੍ਰਾਂਤੀ ਜੇ ਕਰਨੀ ਹੈ ਤਾਂ ਜੁਝਾਰੂ ਤਾਂ ਹੋਣਾ ਹੀ ਪਊਗਾ, ਜੂਝਣਾ ਪਊਗਾ, ਸੰਘਰਸ਼ ਕਰਨਾ ਪਊਗਾ। ਇਸ ਕਾਵਿ ਨੂੰ ਭਾਰਤ ਵਿੱਚ ਉੱਗੀ ਨਕਸਲਵਾੜੀ ਲਹਿਰ ਦੇ ਨਾਲ ਵੀ ਜੋੜਿਆ ਜਾਂਦਾ ਰਿਹਾ ਜੁਝਾਰਵਾਦੀ ਨੂੰ। ਇਸ ਲਈ ਜੁਝਾਰਵਾਦੀ ਕਵਿਤਾ ਨੂੰ ਕਈ ਵਾਰ ਨਕਸਲਵਾੜੀ ਜਾਂ ਕ੍ਰਾਂਤੀਕਾਰੀ ਕਵਿਤਾ ਵੀ ਕਿਹਾ ਜਾਂਦਾ ਹੈ। ਧਿਆਨ ਰੱਖਣੀਆਂ ਤੁਸੀਂ ਇਹ ਗੱਲਾਂ, ਇਹ ਯਾਦ ਰੱਖਣੀਆਂ, ਕਿਸੇ ਕਿਤਾਬ ਦੇ ਵਿੱਚ ਨਹੀਂ ਦਿੱਤੀਆਂ ਹੋਈਆਂ। ਕਈ ਵਿਚਾਰਕਾਂ ਨੇ ਇਸ ਨੂੰ ਨਵ ਪ੍ਰਗਤੀਵਾਦੀ ਕਵਿਤਾ ਦੀ ਸੰਗਿਆ ਵੀ ਦਿੱਤੀ ਹੈ। ਮੰਦਭਾਗੀਆਂ ਤਤਕਾਲੀ ਘਟਨਾਵਾਂ 'ਤੇ ਤਿੱਖਾ ਪ੍ਰਤੀਕਰਮ ਕਰਨਾ, ਜਿਹੜੀਆਂ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣ ਸਮਕਾਲੀ, ਤਤਕਾਲੀ ਮਤਲਬ ਤਤਕਾਲ ਉਸ ਸਮੇਂ ਹੋਈਆਂ ਵੀਆਂ, ਉਹਨਾਂ ਦੇ ਉੱਪਰ ਵਿਅੰਗ ਕੱਸਣਾ। ਅੱਜ ਕੱਲ੍ਹ ਤਾਂ ਇਹੀ ਚੱਲ ਰਿਹਾ ਹੈ ਨਾ, ਵੀ ਜਿਹੜੀਆਂ ਤਤਕਾਲ ਹੁੰਦੀਆਂ ਘਟਨਾਵਾਂ 'ਤੇ ਵਿਅੰਗ ਕਰਨਾ। ਇਸ ਦੀ ਹੋਰ ਵਿਸ਼ੇਸ਼ਤਾਵਾਂ ਦੇਖ, ਅਣਸੁਖਾਵੇਂ ਮਾਹੌਲ ਪ੍ਰਤੀ ਲੋਕਾਂ ਨੂੰ ਉਜਾਗਰ ਕਰਨਾ, ਵੀ ਤੁਹਾਡੇ ਆਸੇ ਪਾਸੇ ਜੋ ਮੌਕੇ ਦੀ ਸਰਕਾਰ, ਮੌਕੇ ਦੇ ਰਾਜੇ ਵੱਲੋਂ ਜੋ ਮਾਹੌਲ ਸਿਰਜਿਆ ਜਾ ਰਿਹਾ ਉਹ ਅਣਸੁਖਾਵਾਂ ਹੈ, ਮਤਲਬ ਦੁੱਖਦਾਈ ਹੈ, ਦੁੱਖ ਦੇਣ ਵਾਲਾ ਹੈ, ਉਹਦੇ ਪ੍ਰਤੀ ਸੁਚੇਤ ਕਰਨਾ। ਸਿਧਾਂਤ ਦੀ ਬਜਾਏ ਵਿਵਹਾਰਿਕ ਪੱਖਾਂ ਨੂੰ ਵਧੇਰੇ ਤਵੱਜੋ ਦੇਣਾ, ਜ਼ਿਆਦਾ ਇੰਪੋਰਟੈਂਸ, ਜ਼ਿਆਦਾ ਮਹੱਤਵ ਦੇਣੀ ਵਿਵਹਾਰਿਕਤਾ ਨੂੰ। ਕਵੀ ਕਤਲ ਅਤੇ ਹਿੰਸਾ ਨੂੰ ਰਾਜਨੀਤਿਕ ਸਾਧਨ ਵਜੋਂ ਵਰਤਣਾ, ਮਤਲਬ ਕਿ ਇਹ ਵੀ ਜਿਹੜੀ ਕਤਲੋਗਾਰਤ ਹੋ ਜਾਂਦੀ ਹੈ ਜਾਂ ਕਿਸੇ ਦੇਸ਼ ਦੇ ਵਿੱਚ ਹਿੰਸਾ ਅੱਜ ਕੱਲ੍ਹ ਤਾਂ ਹੋ ਰਹੀ ਹੈ, ਆਮ ਹੈ, ਨੋਰਮਲ ਹੈ, ਹਿੰਸਾ ਦੀਆਂ ਘਟਨਾਵਾਂ ਤੁਸੀਂ ਕਿੰਨੀਆਂ ਸੁਣਦੇ ਹੋ। ਰਾਜਨੀਤਿਕ ਸਾਧਨ ਵਜੋਂ ਵਰਤਣਾ, ਜਨ ਸਧਾਰਨ ਸੰਘਰਸ਼ ਦੀ ਬਜਾਏ ਗੁਰਿੱਲਾ ਯੁੱਧ ਦਾ ਸਮਰਥਨ ਕਰਨਾ। ਗੁਰਿੱਲਾ ਯੁੱਧ ਬਾਰੇ ਤੁਸੀਂ ਪੜ੍ਹਦੇ ਹੋ ਹੈ ਨਾ, ਗੁਰਿੱਲਾ ਯੁੱਧ ਜਿਹੜਾ ਮਤਲਬ ਕੀ ਹੈ ਵੀ ਮਹਾਰਾਣਾ ਪ੍ਰਤਾਪ ਵੀ ਅਪਣਾਉਂਦਾ, ਇੱਕ ਹੋਰ ਵੀ ਹੈ ਮੈਨੂੰ ਲੱਗਦਾ, ਮੈਨੂੰ ਯਾਦ ਨਹੀਂ, ਹਾਂ ਹੈਗਾ ਇੱਕ ਰਾਠੌੜ ਸ਼ਾਸਕ ਹੋਇਆ, ਅਤੇ ਇਹਦਾ ਮਤਲਬ ਕੀ ਹੈ ਭਰਪੂਰ ਇਸਤੇਮਾਲ, ਸਭ ਤੋਂ ਜ਼ਿਆਦਾ ਇਸਤੇਮਾਲ ਸਿੰਘਾਂ ਨੇ ਕੀਤਾ ਸੀ ਗੁਰਿੱਲਾ ਯੁੱਧ ਦਾ। ਜਦੋਂ ਇਹ ਆਪਣੇ ਜਿਹੜੇ ਸੀਗੇ ਮਤਲਬ ਮੁਸਲਮਾਨ ਜਦੋਂ ਵੀ ਆਉਂਦੇ ਰਹੇ ਆ ਤਾਂ ਉਹਨਾਂ ਨੇ ਕੀ ਕਰਨਾ ਵੀ ਮਤਲਬ ਇੱਥੇ ਕੁੜੀਆਂ ਨੂੰ ਉਹਨਾਂ ਨੇ ਇੱਥੋਂ ਚੱਕਣਾ ਭਾਰਤ ਦੇ ਵਿੱਚੋਂ, ਹਿੰਦੁਸਤਾਨ ਦੇ ਵਿੱਚੋਂ, ਅਤੇ ਗਜਨੀ ਦੇ ਬਾਜ਼ਾਰ ਦੇ ਵਿੱਚ ਜ਼ਿਆਦਾ ਮੰਡੀ ਲੱਗਦੀ ਹੁੰਦੀ ਸੀ, ਗਜਨੀ, ਜਿੱਥੋਂ ਮਹਿਮੂਦ ਗਜਨਵੀ ਆਇਆ ਸੀ, ਗਜਨੀ, ਉੱਥੇ ਬਾਜ਼ਾਰ ਦੇ ਵਿੱਚ ਮੰਡੀ ਲਾ ਦੇਣੀ, ਟਕੇ ਟਕੇ 'ਤੇ ਇੱਜ਼ਤ ਵਿਕਣੀ। ਉਦੋਂ ਕੀ ਕਰਦੇ ਹੁੰਦੇ ਸੀ ਵੀ ਸਿੰਘ ਗਿਣਤੀ ਦੇ ਵਿੱਚ ਥੋੜ੍ਹੇ ਰਹਿ ਗਏ ਸੀ, ਉਦੋਂ ਬੜਾ ਮਤਲਬ ਐਵੇਂ ਚੱਲਿਆ ਸੀ ਵੀ ਸਿੱਖ ਕੌਮ ਹੈ ਜਿਹੜੀ ਉਹ ਗਿਣਤੀ ਦੇ ਵਿੱਚ ਥੋੜ੍ਹੀ ਰਹਿ ਗਈ ਆ, ਬੜਾ ਮਤਲਬ ਹੋਇਆ ਸੀ ਉਹਦਾ ਵੀ ਕਿਤੇ 25 ਕੀ ਆ ਜੀ, ਕਿਤੇ 30 ਕਿੱਥੇ ਆ ਜੀ, ਕਿਉਂਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਸ਼ਾਸਕਾਂ ਨੇ। ਉਦੋਂ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਉਦੋਂ ਕੀ ਹੋਇਆ ਸੀਗਾ ਵੀ ਉਦੋਂ ਉਹਨਾਂ ਨੇ ਐਲਾਨ ਕੀਤਾ ਸੀ ਵੀ ਅਸੀਂ ਇੰਨੇ ਰੁਪਈਏ ਦੇਵਾਂਗੇ ਤੁਹਾਨੂੰ, ਬੜਾ ਬੜਾ ਇਨਾਮ ਦਿੱਤਾ ਜਾਂਦਾ ਸੀਗਾ ਜਿਹੜਾ ਕਿਸੇ ਸਿੱਖ ਦੀ 10 ਪਾਉਂਦਾ ਸੀਗਾ। ਅਤੇ ਸਾਡੇ ਆਪਦਿਆਂ ਨੇ ਵਾਧੂਆਂ ਨੇ 10 ਪਾਈ ਵੀ ਉੱਥੇ ਹੈ ਜੀ ਇੱਕ ਸਿੱਖ ਉੱਥੇ ਆ, ਬੜਿਆਂ ਨੇ ਐਵੇਂ 10 ਪਾ ਕੇ, ਅਤੇ ਬੜੇ ਉਹਨਾਂ ਨੇ ਮਤਲਬ ਸਿੱਖ ਚੱਕ ਕੇ ਮਾਰੇ। ਪਰ ਉਹ ਫਿਰ ਵੀ ਇਹ ਖਤਮ, ਉਹ ਕਹਿੰਦੇ ਆ ਨਾ, ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ 'ਤੇ ਨਾ ਇੱਕ ਬਾਣੀ ਦੇ ਵਿੱਚ ਇੱਕ ਪੰਕਤੀ ਲਿਖੀ ਹੋਈ ਹੈ, ਅਬਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੈ ਸਵਾਈ। ਇਹ ਅਬਚਲ ਨੀਂਵ ਆ, ਇਹ ਨੀਂਵ ਹਿੱਲ ਨਹੀਂ ਸਕਦੀ ਕਦੇ। ਤਾਂ ਫਿਰ ਉਹ ਮਤਲਬ ਕੀ ਹੈ ਵੀ ਸਿੰਘਾਂ ਨੇ ਫਿਰ ਗੁਰਿੱਲਾ ਯੁੱਧ ਵਾਲੀ ਪ੍ਰਵਰਤੀ ਅਪਣਾਈ, ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਛਡਾਇਆ ਉਹਨਾਂ ਨੇ। ਤੁਹਾਨੂੰ ਪਤਾ ਹੈ ਇਤਿਹਾਸ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਹੈ ਨਾ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ, ਇਹਨਾਂ ਦੇ ਪ੍ਰਸਿੱਧ ਨਾਮ ਰਹੇ ਆ, ਪ੍ਰਸਿੱਧ ਸਿੱਖ ਰਹੇ ਆ ਜਿਹੜੇ ਗੁਰਿੱਲਾ ਯੁੱਧ, ਗੁਰਿੱਲਾ ਪ੍ਰਵਰਤੀ ਨੂੰ ਅਪਣਾਇਆ ਜਿਨ੍ਹਾਂ ਨੇ ਮੁਗਲਾਂ ਦੇ ਵਿਰੁੱਧ, ਅਤੇ ਉਸ ਤੋਂ ਬਾਅਦ ਇਹਨਾਂ ਦੇ ਆਪਣੇ ਜਿਹੜੇ ਬਾਅਦ ਦੇ ਵਿੱਚ ਆਏ ਅਫਗਾਨ ਸ਼ਾਸਕਾਂ ਦੇ ਵਿਰੁੱਧ। ਸੋ ਇਹ ਗੁਰਿੱਲਾ ਯੁੱਧ ਪ੍ਰਵਰਤੀ ਬਹੁਤ ਪ੍ਰਸਿੱਧ ਰਹੀ ਹੈ ਨਾ। ਮਜ਼ਦੂਰ ਸ਼੍ਰੇਣੀ ਦੇ ਹੱਕਾਂ ਦੀ ਰਾਖੀ, ਇਹ ਉੱਤੇ ਲਿਖਿਆ ਨਾ ਵੀ ਪ੍ਰਗਤੀਵਾਦੀ ਦੇ ਨਾਲ ਵੀ ਇਹ ਸਮਾਜ ਰਚਨਾਉਂਦੀ ਹੈ, ਪ੍ਰਗਤੀਵਾਦੀ ਵਿਚਾਰਾਂ ਦੇ ਨਾਲ ਵੀ ਸਮਾਜ ਰਚਾਉਂਦੀ ਹੈ। ਪ੍ਰਗਤੀਵਾਦੀ ਵਿਚਾਰ ਵੀ ਕਹਿੰਦੀ ਹੈ, ਵਿਚਾਰਧਾਰਾ ਵੀ ਮਜ਼ਦੂਰ ਸ਼੍ਰੇਣੀ ਦੇ ਹੱਕਾਂ ਦੀ ਰਾਖੀ ਇਹ ਵੀ ਕਹਿੰਦੀ ਹੈ। ਪਰੰਪਰਕ ਮੁੱਲਾਂ ਦਾ ਖੰਡਨ, ਦੁਸ਼ਮਣ ਨੂੰ ਸਿੱਧੀ ਲਲਕਾਰ, ਇਹ ਹੈ ਜਿਹੜੀ ਇਹ ਜੁਝਾਰਵਾਦੀ ਵਿਦਰੋਹੀ ਕਵਿਤਾ। ਪਾਸ਼, ਤੁਹਾਨੂੰ ਨਾਮ ਪਤਾ ਹੀ ਹੈ, ਅਵਤਾਰ ਸਿੰਘ ਸੰਧੂ ਪਾਸ਼ ਜਿਹਨੂੰ ਕਹਿ ਦਿੰਦੇ ਆ, ਪਾਸ਼ ਹੈ ਨਾ, ਅਵਤਾਰ ਸਿੰਘ ਸੰਧੂ ਨਾਮ ਹੈ ਉਹਦਾ। ਲੋਕ ਕਥਾ, ਉੱਡਦੇ ਬਾਜਾਂ ਮਗਰ, ਸਾਡੇ ਸਮਿਆਂ ਵਿੱਚ, ਇਹ ਰਚਨਾਵਾਂ ਕਾਵਧਾਰਾ ਦੇ ਮੋਢੀ ਵਜੋਂ ਅਵਤਾਰ ਸਿੰਘ ਸੰਧੂ ਪਾਸ਼ ਹੈ ਜਿਹੜਾ ਉਹ ਨਜ਼ਰ ਆਉਂਦਾ ਹੈ। ਪਾਸ਼ ਦੀ ਕਵਿਤਾ ਵਿੱਚੋਂ ਕ੍ਰਾਂਤੀ ਦੇ ਲਲਕਾਰੇ ਝਲਕਾਰੇ ਸਿੱਧੇ ਆ। ਸਥਾਪਿਤ ਰਾਜ ਪ੍ਰਬੰਧੀ ਘਿਨਾਉਣੀ ਹਰਕਤ ਦੇ ਪਾਜ ਉਧੇੜਦਾ ਉਹ। ਭਾਰਤੀ ਕੌਮੀ ਏਕਤਾ ਦੇ ਵਿਖਾਵੇ 'ਤੇ ਵੀ ਕਿੰਤੂ ਕਰਦਾ, ਕਿਸਾਨੀ ਸੰਕਟ ਅਤੇ ਮਜ਼ਦੂਰ ਦੇ ਦਰਦ ਨੂੰ ਵੀ ਸਮਝਦਾ, ਰੋਜ਼ ਹੀ ਬਲਦਾਂ ਦਿਆਂ ਬੁੱਟਾਂ 'ਚ ਤਰਦਾ ਹੈ, ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਾ ਸਵਾਦ।
ਜਿਵੇਂ ਬਿਮਾਰੀ ਨਾਲ ਮਰੀ ਹੋਈ ਪਾਲਤੂ ਕੁਕੜੀ ਦੀ ਦਾਲ ਸੰਘ ਵਿੱਚ ਫਸਦੀ ਹੈ। ਇਹ ਪ੍ਰਯੋਗਸ਼ਾਲੀ ਇਹ ਉਹ ਆ ਜੁਝਾਰਵਾਦੀ ਲਹਿਰ ਦੇ ਨਾਲ ਰਿਲੇਟਡ ਕਵਿਤਾ ਹੈ। ਆ ਦੇਖ ਲਓ, ਇਹ ਉਸ ਨੂੰ ਮਜ਼ਦੂਰ ਦੇ ਦਰਦ ਨੂੰ, ਕਿਸਾਨੀ ਸੰਕਟ ਨੂੰ ਪੇਸ਼ ਕਰ ਰਿਹਾ ਵੀ ਬਲਦ ਦੇ ਜਿਹੜੇ ਬੁੱਟ ਹੁੰਦੇ ਆ ਨਾ ਸਾਡੇ, ਜਦੋਂ ਆਪਾਂ ਖਾਂਦੇ ਹਾਂ ਕੋਈ ਚੀਜ਼, ਜਦੋਂ ਆਪਣੇ ਬੁੱਟ ਜਿਹੜੇ ਜਿਨ੍ਹਾਂ ਦੇ ਵਿੱਚ ਸਾਡੇ ਦੰਦ ਫਿੱਟ ਕੀਤੇ ਹੋਏ ਬੁੱਟ, ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਾ ਸਵਾਦ, ਮਤਲਬ ਕਿ ਉਹ ਕਿ ਡਰ ਸਹਿਮਿਆ ਹੋਇਆ ਡਰ, ਕਹਿਣ ਦਾ ਮਤਲਬ ਹੈ ਵੀ ਮਾਹੌਲ ਇਸ ਤਰ੍ਹਾਂ ਦਾ ਵੀ ਪਸ਼ੂ ਵੀ ਡਰਦੇ ਆ ਕਿਸਾਨ ਦੇ ਨਾਲ। ਕਿਸਾਨ ਵੀ ਜਿਹੜਾ ਉਹ ਬਲਦ ਹੈ ਜਿਹੜੇ ਉਹ ਵੀ ਕਿਸਾਨ ਦੀ ਰੋਜੀ ਰੋਟੀ ਦਾ ਸਾਧਨ ਹੈ। ਉਹ ਕਿਸਾਨ ਉਹਨਾਂ ਦੇ ਰਾਹੀਂ ਕੀ ਕਰਦਾ, ਖੇਤਾਂ ਦੇ ਵਿੱਚ ਹਲ ਚਲਾਉਂਦਾ। ਸੋ ਉਹਨਾਂ ਦੇ ਮਤਲਬ ਕੀ ਹੈ ਵੀ ਉਹ ਤੂੜੀ ਦੇ ਮੋਟੇ ਟੰਡਲ ਨਹੀਂ ਖਾਂਦੇ, ਜਿਹੜੇ ਜਿਨ੍ਹਾਂ ਨੂੰ ਟਾਂਡੇ ਵੀ ਕਹਿ ਦਿੰਦੇ ਆਪਾਂ, ਕੁਛ ਵੀ ਕਹਿ ਦਿੰਦੇ ਆ। ਤੂੜੀ ਦੇ ਨਾਲ ਜਿਹੜੇ ਹੁੰਦੇ ਆ, ਮਤਲਬ ਖੇਤ ਦੇ ਵਿੱਚ ਵੀ ਆਪਾਂ ਜ਼ਿਆਦਾਤਰ ਵੱਢ ਕੇ ਲਿਆਉਂਦੇ, ਉਹਦੇ ਵਿੱਚ ਕਈ ਟਾਂਡੇ ਮਤਲਬ ਮੋਟੇ ਹੁੰਦੇ ਆ ਜਿਹੜੇ, ਉਹ ਮੋਟੇ ਟੰਡਲਾਂ ਦਾ ਸਹਿਮਾ ਸਵਾਦ, ਜਿਵੇਂ ਬਿਮਾਰੀ ਨਾਲ ਮਰੀ ਹੋਈ ਪਾਲਤੂ ਕੁਕੜੀ ਦੀ ਦਾਲ ਸੰਘ ਵਿੱਚ ਫਸਦੀ ਹੈ। ਜਿਵੇਂ ਘਰ ਦੇ ਵਿੱਚ ਕਹਿੰਦਾ ਕਵੀ ਪਾਸ਼ ਕਹਿੰਦਾ ਵੀ ਕੋਈ ਕੁਕੜੀ ਬਿਮਾਰੀ ਨਾਲ ਮਰ ਜੇ ਤਾਂ ਫਿਰ ਆਪਾਂ ਉਹਨੂੰ ਖਾਂਦੇ ਹਾਂ, ਸਵਾਦ ਆਉਂਦਾ ਖਾਣ ਦਾ, ਅਤੇ ਪਰ ਉਦੋਂ ਸਹਿਮ ਕੇ ਖਾਂਦੇ ਹਾਂ। ਉਹ ਹਾਲ ਬਿਲਕੁਲ ਉਹਦਾ ਬਲਦ ਦਾ ਹੋਇਆ ਪਿਆ। ਡਾਕਟਰ ਜਗਤਾਰ ਜਿਹੜਾ ਉਹ ਨਵ ਪ੍ਰਗਤੀਵਾਦੀ ਕਾਵਧਾਰਾ ਦਾ ਸਿਰਮੌਰ ਨਾਮ ਹੈ। ਇਹਦਾ ਨਾਮ ਨਵ ਪ੍ਰਗਤੀਵਾਦੀ ਕਾਵਧਾਰਾ ਵੀ ਹੈ ਬਈ, ਜੁਝਾਰਵਾਦੀ ਕਾਵ ਪ੍ਰਵਰਤੀ ਨੂੰ ਨਵ ਪ੍ਰਗਤੀਵਾਦੀ ਵੀ ਕਿਹਾ ਜਾਂਦਾ। ਆਹ ਦੇਖ ਲਓ ਡਾਕਟਰ ਜਗਤਾਰ ਪੜ੍ਹਾਂਗੇ ਆਪਾਂ। ਡਾਕਟਰ ਜਗਤਾਰ ਦੇ ਬਾਰੇ ਤਾਂ ਬਹੁਤ ਭਰਪੂਰ ਪੜ੍ਹਨਾ ਪਊਗਾ ਆਪਾਂ ਨੂੰ। ਰੁੱਤਾਂ ਰੰਗਲੀਆਂ, ਸ਼ੋਖੀਆਂ ਰੰਗੀਨੀਆਂ, ਦੁੱਧ ਪੱਥਰੀ, ਲਹੂ ਦੇ ਨਕਸ਼, ਛਾਂਗਿਆ ਰੁੱਖ, ਸ਼ੀਸ਼ੇ ਦਾ ਜੰਗਲ ਆ ਉਸ ਦੇ ਪ੍ਰਸਿੱਧ ਕਾਵ ਸੰਗ੍ਰਹਿ ਆ। ਲਾਲ ਸਿੰਘ ਦਿਲ, ਸਤਲੁਜ ਦੀ ਹਵਾ, ਬਹੁਤ ਸਾਰੇ ਸੂਰਜ ਨਹੀਂ। ਸੰਤ ਰਾਮ ਉਦਾਸੀ ਤਾਂ ਆਪਾਂ 12ਵੀਂ ਵਾਲੀ ਦੇ ਵਿੱਚ ਪੜ੍ਹਾਂਗੇ, ਪਾਠ ਹੈ ਸੰਤ ਰਾਮ ਉਦਾਸੀ ਬਾਰੇ ਪੜ੍ਹਾਂਗੇ, ਹੈ ਨਾ। ਸ਼ੈਨਤਾ, ਚੌਨੁਕਰੀਆਂ, ਸਿੱਖਾਂ, ਲਹੂ ਤੋਂ ਲੋਹੇ ਤੱਕ। ਸੰਤ ਰਾਮ ਉਦਾਸੀ ਦੇ ਵਿੱਚ, ਉਦਾਸੀ ਦੀਆਂ ਕਵਿਤਾਵਾਂ ਦੇ ਵਿੱਚ ਤਾਂ ਕ੍ਰਾਂਤੀਕਾਰੀ ਸੁਰ ਬਹੁਤ ਉੱਚਾ। ਓਮ ਪ੍ਰਕਾਸ਼ ਸ਼ਰਮਾ, ਉਹਦੀ ਲੱਪ ਚਿਣਗਾਂ ਦੀ, ਇਹ ਵੀ ਇੱਕ ਮਤਲਬ ਨਕਸਲਬਾੜੀ ਦੇ ਵਿੱਚ ਖੁਦ ਨੂੰ ਹਿੱਸਾ ਲੈ ਕੇ ਉਹਨੇ। ਦਰਸ਼ਨ ਸਿੰਘ ਖਟਕੜ ਅਤੇ ਆਹ ਬਹੁਤ ਸਾਰੇ ਕਵੀ ਦਿੱਤੇ ਆ। ਇਹ ਆਪਣੇ ਕੋਈ ਕੰਮ 'ਤੇ ਨਹੀਂ, ਆਪਣਾ ਸੀਗਾ ਉਹ ਲਾਸਟ ਉਹ ਹੀ ਸੀ ਬਸ, ਉਹ ਜਿਹੜਾ ਉੱਪਰ ਸੀਗਾ ਸੰਤ ਰਾਮ ਉਦਾਸੀ। ਸੰਤ ਰਾਮ ਉਦਾਸੀ ਤੱਕ ਆਪਾਂ ਗੱਲਾਂ ਚੇਤੇ ਰੱਖਣੀਆਂ। ਉਸ ਤੋਂ ਬਾਅਦ ਆ ਗਈ ਜੀ ਸਾਡੀ ਸੁਹਜਵਾਦੀ ਕਾਵ ਪ੍ਰਵਰਤੀ। 1960 ਤੋਂ ਬਾਅਦ ਸਾਡੀ ਕਿਹੜੀ ਚੱਲਦੀ ਹੈ ਕਾਵ ਪ੍ਰਵਰਤੀ? ਸੁਹਜਵਾਦੀ ਕਾਵ ਪ੍ਰਵਰਤੀ ਚੱਲਦੀ ਹੈ। 7 ਨੰਬਰ 'ਤੇ ਆਪਣੀ ਸੁਹਜਵਾਦੀ ਹੈ। ਮੈਂ ਅੱਗੇ ਦੇਖਣਾ ਪੈਣਾ, ਆਪਾਂ ਇਹਦੀ ਵੀਡੀਓ ਲੰਮੀ ਨਹੀਂ ਕਰਨੀ, ਨਵੀਂ ਵੀਡੀਓ 'ਚ ਪਾ ਦਾਂਗੇ। ਗਜ਼ਲ ਧਾਰਾ ਆ ਗਈ, ਪੰਜਾਬ ਸੰਕਟ ਸੰਬੰਧੀ ਆ ਗਈ, ਠੀਕ ਹੈ। ਹਾਂ, ਇਹ ਆਪਾਂ ਅਗਲੀ ਜਮਾਤ ਦੇ ਵਿੱਚ ਕਰਨਾ ਹੈ ਜੀ। ਲਓ ਜੀ, ਮਿਲਦੇ ਆ ਜਲਦੀ। ਹੁਣ ਇਹਨੂੰ ਵਾਰੀ ਤੁਸੀਂ ਨਾ ਥੋੜ੍ਹਾ ਜਿਹਾ ਵੇਖਦੇ ਰਹੋ, ਰਿਪੀਟ ਕਰਦੇ ਰਹੋ। ਮੈਂ ਜਿਵੇਂ ਜਿਵੇਂ ਤੁਹਾਨੂੰ ਗੱਲਾਂ ਦੱਸੀਆਂ ਨਾ, ਉਹਨਾਂ ਨੂੰ ਥੋੜ੍ਹਾ ਜਿਹਾ ਅਪਣਾ ਲਿਓ। ਮਿਲਦੇ ਆ ਜੀ ਜਲਦੀ। ਸਤਿ ਸ੍ਰੀ ਅਕਾਲ।